ਜਦੋਂ ਆਪਾਂ ਯੂਨੀਵਰਸਲ ਚਰਚ ਦੀ ਗੱਲ ਕਰਦੇ ਹਾਂ, ਸਾਰੀ ਦੁਨੀਆ ਦੇ ਵਿੱਚ ਮਸੀਹੀ ਫੈਲੇ ਹੋਏ ਨੇ। The believers, the people of the Lord are all over the place in this whole world, the universal church. ਬਹੁਤ ਲੋਕ ਨੇ ਜਿਹੜੇ ਪੂਰੇ ਡਿਵੋਸ਼ਨ ਦੇ ਨਾਲ, ਪੂਰੀ ਸ਼ਰਧਾ ਦੇ ਨਾਲ ਪਰਮੇਸ਼ਵਰ ਦੇ ਵਿੱਚ ਲੱਗੇ ਹੋਏ ਨੇ, ਪੂਰੇ ਦਿਲੋਂ ਪਰਮੇਸ਼ਵਰ ਦੇ ਵਿੱਚ ਲੱਗੇ ਹੋਏ ਨੇ, ਪੂਰੀ ਫੁੱਲ ਔਨ ਸਟਰੋਂਗ ਬਲੀਵਰਸ ਨੇ ਜਿਹੜੇ ਪਰਮੇਸ਼ਵਰ ਦੇ ਵਿੱਚ ਲੱਗੇ ਹੋਏ ਨੇ। ਆਮੇਨ, ਹਾਲੇਲੂਇਆ। ਤੇ ਆਪਾਂ ਧੰਨਵਾਦ ਕਰਦੇ ਹਾਂ ਕਿ ਆਪਾਂ ਉਹਨਾਂ ਚੋਂ ਇੱਕ ਹਾਂ। ਆਮੇਨ, ਹਾਲੇਲੂਇਆ। ਆਪਾਂ ਬਿਲਕੁਲ ਉਹਨਾਂ ਚੋਂ ਇੱਕ ਆ। ਇੱਕ ਭੈਣ ਭਰਾ ਜਿਹੜਾ ਇੱਥੇ ਬੈਠਾ ਆ ਉਹ ਉਹਨਾਂ ਚੋਂ ਇੱਕ ਆ। ਆਪਾਂ ਵਿਸ਼ਵਾਸ ਕਰਦੇ ਹਾਂ ਤੇ ਆਪਾਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਨੇ ਆਪਾਂ ਨੂੰ ਤਕੜੇ ਰੱਖਿਆ ਆ। ਆਮੇਨ, ਹਾਲੇਲੂਇਆ। ਰਿਵਾਈਵਲ ਪੰਜਾਬੀ ਚਰਚ ਦਾ ਧੰਨਵਾਦ ਕਰਦੇ ਹਾਂ। ਆਮੇਨ, ਹਾਲੇਲੂਇਆ। ਪਰਮੇਸ਼ਵਰ ਕਹਿੰਦਾ ਆ ਕਿ ਉਹ ਲੱਭਦਾ ਫਿਰਦਾ ਆ ਜਿਹੜੇ ਉਹਨੂੰ ਸੱਚਾਈ ਦੇ ਵਿੱਚ ਆਰਾਧਨਾ ਕਰਨ। He is seeking the ones who can worship him, praise him in truth and in spirit. Amen, hallelujah। ਤੇ ਆਪਾਂ ਉਹੀ ਕਰਦੇ ਹਾਂ। ਜਦੋਂ ਆਪਾਂ ਇੱਥੇ ਆਉਂਦੇ ਹਾਂ, ਆਪਾਂ ਦੀ ਵਰਸ਼ਿਪ ਚੱਲ ਰਹੀ ਹੁੰਦੀ ਆ, ਆਪਾਂ ਦੁਆਵਾਂ ਕਰ ਰਹੇ ਹੁੰਦੇ ਹਾਂ, ਆਪਾਂ ਪੂਰੇ ਦਿਲੋਂ ਆਪਾਂ ਲੱਗੇ ਪਏ ਹੁੰਦੇ ਹਾਂ ਕੁਛ ਨਾ ਕੁਛ ਕਰਨ ਪਰਮੇਸ਼ਵਰ ਦੇ ਲਈ। ਸਭ ਜੋ ਕੁਛ ਆਪਾਂ ਕਰ ਰਹੇ ਹੁੰਦੇ ਹਾਂ, ਸਭ ਕੁਛ ਪਰਮੇਸ਼ਵਰ ਦੇ ਲਈ ਕਰ ਰਹੇ ਹੁੰਦੇ ਹਾਂ। ਤਾਂ ਹੀ ਪਰਮੇਸ਼ਵਰ ਬਰਕਤ ਦਿੰਦਾ ਹੈ ਜਦੋਂ ਪਰਮੇਸ਼ਵਰ ਦੇ ਲਈ ਕਰਦੇ ਆ। ਜਦੋਂ ਕੋਈ ਕਿਸੇ ਬੰਦੇ ਲਈ ਕਰਨ ਲੱਗ ਜਾਂਦਾ ਨਾ, ਉੱਥੇ ਦਿਖਣ ਲੱਗ ਜਾਂਦਾ ਆ ਕਿ ਰੂਹਾਨੀ ਤੌਰ ਤੇ ਜਿੱਦਾਂ ਕਹਿ ਲਓ ਵੀ ਕਿਸ਼ਤੀ ਹੁਣ ਡਾਮਾਡੋਲ ਹੋਣ ਲੱਗ ਗਈ ਆ। When somebody starts doing something for the man, you can see, you can tell that the spirit is not working the same way. ਫਿਰ ਪਰਮੇਸ਼ਰ ਪਾਸੇ ਹੋ ਕੇ ਬਹਿ ਜਾਂਦਾ, ਕਹਿੰਦਾ ਫਿਰ ਤੂੰ ਕਰ ਲਾ ਜੋ ਕਰਨਾ ਆ, ਮੈਨੂੰ ਤਾਂ ਤੂੰ ਛੱਡ ਦੇ, ਮੈਨੂੰ ਤਾਂ ਤੂੰ ਹੁਣ ਪੁੱਛਦਾ ਨਹੀਂ, ਤੂੰ ਆਪੇ ਹੀ ਕਰੀ ਜਾ, ਆਪਣੇ ਆਪ ਦੇ ਲਈ ਉਹੀ ਕਰ ਰਿਹਾ ਆ। ਆਮੇਨ। ਆਪਾਂ ਰਿਵਾਈਵਲ ਪੰਜਾਬੀ ਚਰਚ ਦਾ ਧੰਨਵਾਦ ਕਰਦੇ ਹਾਂ, ਆਪਣੇ ਪਾਸਟਰ ਜੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਬਾਰੀ ਆਪਾਂ ਨੂੰ ਸਿਖਾਉਂਦੇ ਨੇ ਕਿ ਸਾਰੀ ਮਹਿਮਾ, ਸਾਰੀ ਗਲੋਰੀ ਪਰਮੇਸ਼ਵਰ ਯਿਸੂ ਮਸੀਹ ਜੀ ਦੀ ਹੈ। ਆਮੇਨ, ਹਾਲੇਲੂਇਆ। ਇੱਦਾਂ ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਕਿੱਦਾਂ ਸਾਰੇ ਸ਼ਰਧਾ ਦੇ ਨਾਲ ਸਟਰੋਂਗ ਲੱਗੇ ਹੋਏ ਨੇ। ਤੇ ਇੱਕ ਗੱਲ ਆਪਾਂ ਬਾਰੀ ਯਾਦ ਕਰੀਏ, ਆਪਾਂ ਯਾਦ ਕਰਾਉਂਦੇ ਹਾਂ ਬਹੁਤ ਵਾਰੀ, ਪਹਿਲਾ ਪਿਆਰ। ਆਪਣਾ ਪਰਮੇਸ਼ਵਰ ਦੇ ਵਿੱਚ ਜਿਹੜਾ ਪਹਿਲਾ ਪਿਆਰ ਆ ਉਹਨੂੰ ਕਦੇ ਗੁੰਮਣ ਨਾ ਦੇਈਏ। ਫਰਸਟ ਲਵ ਇਨ ਦ ਲੋਰਡ, ਯੂ ਆਲਵੇਜ਼ ਹੈਵ ਟੂ ਕੀਪ ਇਟ ਸਟਰੋਂਗ, ਆਲਵੇਜ਼। ਜੇ ਆਪਣਾ ਪਹਿਲਾ ਪਿਆਰ ਗੁੰਮਦਾ ਜਾਂਦਾ ਤਾਂ ਫਿਰ ਆਪਾਂ ਇਸ ਥਾਂ ਤੇ ਇੱਕ ਤੇ ਪਹੁੰਚ ਜਾਂਦੇ ਹਾਂ ਕਿ ਆਪਾਂ ਹੁਣ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਨਹੀਂ ਰਹਿ ਜਾਂਦਾ, ਆਪਣਾ ਰਿਲੀਜਨ ਬਣ ਜਾਂਦਾ। ਆਪਾਂ ਰਿਲੀਜਨ ਨਹੀਂ ਬਣਾਉਣਾ, ਆਪਾਂ ਆਪਣਾ ਰਿਸ਼ਤਾ ਕਾਇਮ ਰੱਖਣਾ ਆ ਪਰਮੇਸ਼ਵਰ ਦੇ ਨਾਲ। ਆਮੇਨ, ਹਾਲੇਲੂਇਆ। ਜਦੋਂ ਪਹਿਲਾ ਵਿਆਹ ਹੋਣ ਵਾਲਾ ਹੁੰਦਾ ਆ ਕਿਸੇ ਮੁੰਡੇ ਕੁੜੀ ਦਾ, ਜਵਾਨ ਕਪਲਸ ਬੈਠੇ ਨੇ, ਤੇ ਜਦੋਂ ਵਿਆਹ ਹੋਣ ਵਾਲਾ ਹੁੰਦਾ, ਜਦੋਂ ਫੋਨ ਆਉਂਦਾ ਹੁੰਦਾ, ਕੁੜੀ ਦਾ ਫੋਨ ਆਉਂਦਾ ਆ, ਸਾਰੀ ਰਾਤ ਗੱਲ ਕਰੀ ਜਾਂਦੇ ਆ ਫੋਨ ਤੇ, ਹੈ ਸਵੇਰ ਦੇ 4 ਵੱਜ ਗਏ, ਫੋਨ ਤੇ ਗੱਲ ਹੋ ਰਹੀ ਆ ਹਜੇ, ਹੈ। ਤੇ ਹੁਣ ਕੀ ਹੁੰਦਾ, ਹਾਂਜੀ ਗਾਰਬੇਜ ਕੱਢਣਾ ਉਹਨੇ, ਅੱਜ ਨਹੀਂ ਕੱਲ ਨੂੰ ਕੱਢਾਂਗੇ, ਮੈਨੂੰ ਤਾਂ ਨੀਂਦ ਆਉਂਦੀ ਆ। ਇਹ ਪਹਿਲਾ ਪਿਆਰ ਰੱਖੀਏ ਪਰਮੇਸ਼ਵਰ ਦੇ ਨਾਲ। ਜਿਹੜਾ ਪਹਿਲਾ ਪਿਆਰ ਹੈ, ਜਿਹੜੀਆਂ ਹਰਕਤਾਂ ਆਪਾਂ ਜਦੋਂ ਪਹਿਲੀ ਵਾਰੀ ਪਰਮੇਸ਼ਵਰ 'ਚ ਆਏ ਸੀਗੇ ਨਾ, ਜਿਹੜੀਆਂ ਹਰਕਤਾਂ ਆਪਾਂ ਉਦੋਂ ਕਰਦੇ ਸੀ ਉਹ ਅੱਜ ਵੀ ਕਰੀਏ। ਉਹ ਬਚਪਨਾ ਜਿਹੜਾ ਆ ਪਰਮੇਸ਼ਵਰ ਦੇ ਨਾਲ ਵੀ, ਹਾਈ ਪਰਮੇਸ਼ਵਰ ਤੂੰ ਇਦਾਂ ਵੀ ਕਰ ਦਿੰਦਾ ਆ। ਜਦੋਂ ਨਵੇਂ ਸੀਗੇ, we didn't know everything that time. So many things were happening and we were surprised, like why? Oh, this is what happened. Oh, Jesus can do this. Oh, the Holy Spirit. Oh, people are falling. Like what is all this, right? Those days we used to be so surprised. Now we are used to it but still, let's still be shocked when something like that happens. Hallelujah. Because that's the first love. Still be that happy, still be that joyful what God is doing in our lives. Amen. Hallelujah. Praise the Lord. ਹਮੇਸ਼ਾ ਭੁੱਖੇ ਤੇ ਪਿਆਸੇ ਰਹੀਏ ਪਰਮੇਸ਼ਵਰ ਦੀ ਹਜ਼ੂਰੀ ਦੇ ਲਈ। ਜਿੰਨਾ ਜ਼ਿਆਦਾ ਆਪਾਂ ਭੁੱਖੇ ਤੇ ਪਿਆਸੇ ਰਹਾਂਗੇ, ਜਿੰਨਾ ਜ਼ਿਆਦਾ ਆਪਾਂ ਹੰਗਰੀ ਤੇ ਥਰਸਟੀ ਰਹਾਂਗੇ ਪਰਮੇਸ਼ਵਰ ਦੀ ਹਜ਼ੂਰੀ ਦੇ ਲਈ, ਓਨਾ ਪਰਮੇਸ਼ਵਰ ਆਪਾਂ ਨੂੰ ਹੋਰ ਭਰੂਗਾ, ਓਨਾ ਹੋਰ ਭਰੂਗਾ। ਇਹ ਕੋਈ ਰੋਟੀ ਦੀ ਭੁੱਖ ਨਹੀਂ ਗੀ ਵੀ ਹੁਣ ਇੱਕ ਵਾਰੀ ਢਿੱਡ ਭਰ ਕੇ ਖਾ ਲਿਆ ਤੇ ਹੁਣ ਤਾਂ ਢਿੱਡ ਭਰ ਗਿਆ, ਵੀ ਹੁਣ ਤਾਂ ਇੱਕ ਬੁਰਕੀ ਨਹੀਂ ਹੋਰ ਮੂੰਹ 'ਚ ਜਾਣੀ। not a single bite I can eat। ਇੱਦਾਂ ਨਹੀਂ ਗੀ, ਇਹ ਪੁੱਠਾ ਆ। ਜਿੰਨੀ ਜ਼ਿਆਦਾ ਭੁੱਖ ਪਿਆਸ ਰਹੂਗੀ, ਓਨੀ ਜ਼ਿਆਦਾ ਭੁੱਖ ਵੱਧਦੀ ਰਹੂਗੀ, ਓਨੇ ਆਪਾਂ ਹੋਰ ਹੰਗਰੀ ਹੋਵਾਂਗੇ ਉਹਦੇ ਲਈ। ਤੇ ਜਿੰਨੇ ਆਪਾਂ ਹੰਗਰੀ ਹੋਵਾਂਗੇ, ਓਨਾ ਪਰਮੇਸ਼ਰ ਆਪਾਂ ਨੂੰ ਆਪਣੀ ਡੂੰਘਾਈ ਦੇ ਵਿੱਚ ਲੈ ਕੇ ਜਾਊਗਾ, ਉਹਦੀਆਂ ਰੈਵਲੇਸ਼ਨਸ ਦੇ ਵਿੱਚ ਲੈ ਕੇ ਜਾਊਗਾ। ਜਿਹੜੀਆਂ ਚੀਜ਼ਾਂ ਨਾ ਆਪਾਂ ਕਦੇ ਸੋਚੀਆਂ ਨੇ, ਨਾ ਕਦੇ ਇਮੈਜਨ ਕੀਤੀਆਂ ਨੇ, ਨਾ ਕਦੇ ਇਮੈਜਨ ਕਰ ਸਕਦੇ ਆ, ਪਰਮੇਸ਼ਰ ਉਹ ਚੀਜ਼ਾਂ ਆਪਾਂ ਤੋਂ ਕਰਾਊਗਾ, ਉਹ ਚੀਜ਼ਾਂ ਆਪਾਂ ਨੂੰ ਦਿਖਾਊਗਾ। ਆਮੇਨ, ਹਾਲੇਲੂਇਆ। ਤੇ ਇਹ ਸਿਰਫ 1-2 ਜਾਣਿਆਂ ਦੇ ਲਈ ਨਹੀਂਗਾ,
ਆ ਪਰਮੇਸ਼ਰ ਪੂਰੀ ਸ਼ਕਤੀ ਦੇ ਨਾਲ ਤੁਹਾਨੂੰ ਯੂਜ਼ ਕਰ ਸਕਦਾ ਆ ਸਿਰਫ ਤੁਹਾਡੀ ਭੁੱਖ ਪਿਆਸ ਦੇਖ ਕੇ it's up to your hunger and thirst that what God wants you to do don't ever think that oh you don't do it I don't know if I'll pray for people they're falling those are the things of pastor ਤੁਹਾਨੂੰ ਜਿੱਤੇ ਮਾਸਟਰ ਜੀ ਨੇ ਦੱਸਿਆ ਸੀਗਾ ਜਦੋਂ ਉਹਨਾਂ ਦਾ ਪਹਿਲਾ ਐਕਸਪੀਰੀਅੰਸ ਸੀਗਾ ਪਿਛਲੇ ਦਿਨਾਂ ਦੇ ਵਿੱਚ when he first time went to and that time he didn't believe when he went in front of the pastors were praying and he went at the front ਉਹ ਨਹੀਂ ਸੀ ਵਿਸ਼ਵਾਸ ਕਰਦੇ ਉਹ ਕਹਿੰਦੇ ਲੈ ਇੱਦਾਂ ਕਿੱਦਾਂ ਹੋ ਸਕਦਾ ਵੀ ਡਿੱਗ ਪਿਆਗੇ ਵੀ ਮੈਨੂੰ ਡਿੱਗ ਕੇ ਦਿਖਾਣ ਕਹਿੰਦੇ ਸੀ ਹੈ ਨਾ ਤੇ ਐਂਡ ਦ ਪਾਸਟਰ ਦੇਰ ਉਹ ਇੰਨੇ ਕਾਫੀ ਮਤਲਬ ਕਿ ਬਲੀਵੀਆ ਦੇ ਵਿੱਚ ਕਾਫੀ ਸ਼ੋਰਟ ਉਹਨਾਂ ਦਾ ਕੱਦ ਹੈਗਾ ਹੈ ਲੋਕਾਂ ਦਾ ਉੱਤੇ ਹੀ ਵਾਸ ਵੈਰੀ ਸ਼ੋਰਟ ਤੇ ਪਾਸਟਰ ਜੀ ਇੰਨੇ ਵੱਡੇ ਤੇ ਉਹਨਾਂ ਨੇ ਤੇ ਪਾਸਟਰ ਨੇ ਜਦੋਂ ਹੱਥ ਹੀ ਰੱਖਿਆ ਨਾ ਇੱਦਾਂ ਕਰਕੇ ਰੱਖਿਆ ਹੱਥ ਉਹਨਾਂ ਦੇ ਸਿਰ ਦੇ ਉੱਤੇ ਮੱਥੇ ਤੇ ਪਰਮੇਸ਼ਰ ਨੇ ਉਹਨਾਂ ਨੂੰ ਛੂਹਿਆ ਰਾਈਟ ਅਵੇ and that day was the blessed day such a blessed day then ਉਹਨਾਂ ਦੀ ਅੱਖਾਂ ਰੂਹਾਨੀ ਖੁੱਲ ਗਈਆਂ wow what is this I want it too ਮੈਨੂੰ ਵੀ ਚਾਹੀਦਾ ਆ ਤੁਸੀਂ ਵੀ ਅੱਜ ਇਹ ਕਹੋਗੇ ਮੈਨੂੰ ਵੀ ਚਾਹੀਦਾ ਆ ਮੈਂ ਵੀ ਕਰਨਾ ਆ ਕਿਉਂ ਨਹੀਂ ਪਰਮੇਸ਼ਰ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਪਾਂ ਸਭ ਕੁਝ ਕਰ ਸਕਦੇ ਆਪਾਂ ਸਾਰਾ ਕੁਝ ਕਰ ਸਕਦੇ ਆ ਆਮੇਨ ਭੁੱਖ ਪਿਆਸ ਬਣਾਈ ਰੱਖੀਏ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦਾ ਵਚਨ ਮੱਤੀ 5:6 ਦੇ ਵਿੱਚ ਕਹਿੰਦਾ ਆ blessed are those who are hungry and thirsty for righteousness because they will be satisfied amen hallelujah ਜੋ ਭੁੱਖੇ ਪਿਆਸੇ ਨੇ ਉਹਨਾਂ ਨੂੰ ਤ੍ਰਿਪਤ ਕੀਤਾ ਜਾਏਗਾ amen hallelujah ਅੱਜ ਦਾ ਜਿਹੜਾ ਵਚਨ ਹੈਗਾ ਆ ਉਹ ਇਹ ਸਾਰੇ ਉੱਤੇ ਨਹੀਂਗਾ ਅੱਜ ਦਾ ਵਚਨ ਹੈਗਾ ਆ keep your foundation strong ਆਪਣੀ ਫਾਊਂਡੇਸ਼ਨ ਨੂੰ ਆਪਣੀ ਨੀਂਹ ਨੂੰ ਜੜ ਨੂੰ ਤਕੜਾ ਰੱਖੀਏ ਸਟਰੋਂਗ ਰੱਖੀਏ ਆਮੇਨ ਹਾਲੇਲੂਇਆ ਕਿਸੇ ਨੇ ਕਿਹਾ ਆ ਕਿ ਹਰ ਇਨਸਾਨ ਦੇ ਅੰਦਰ ਦੋ ਜਾਨਵਰ ਹੁੰਦੇ ਨੇ every man has two animals in him one is white one is black ਇੱਕ ਚਿੱਟਾ ਆ ਇੱਕ ਕਾਲਾ ਆ ਤੇ ਇੱਕ ਵਾਰੀ ਕਦੇ ਕਾਲਾ ਸਟਰੋਂਗ ਹੋ ਜਾਂਦਾ ਕਦੇ ਚਿੱਟਾ ਸਟਰੋਂਗ ਹੋ ਜਾਂਦਾ ਕਦੇ ਕਾਲਾ ਜਿੱਤ ਜਾਂਦਾ ਕਦੇ ਚਿੱਟਾ ਜਿੱਤ ਜਾਂਦਾ ਵਾਈਟ ਜਿੱਤ ਜਾਂਦਾ ਕਦੇ ਬਲੈਕ ਜਿੱਤ ਜਾਂਦਾ ਕਦੇ ਜਿਹੜੀ ਕਸ਼ਮਕਸ਼ ਚੱਲਦੀ ਆ ਕਾਲੇ ਦਾ ਪਲੜਾ ਭਾਰੀ ਹੋ ਜਾਂਦਾ ਕਦੇ ਚਿੱਟੇ ਦਾ ਪਲੜਾ ਭਾਰੀ ਹੋ ਜਾਂਦਾ ਹਰ ਇਨਸਾਨ ਦੇ ਅੰਦਰ ਤੇ ਕਿਸੇ ਨੇ ਪੁੱਛਿਆ ਉਹਨੂੰ ਵੀ ਦੋਨਾਂ ਦੇ ਅੰਦਰ ਬਲੈਕ ਐਂਡ ਵਾਈਟ ਦੀ ਜਿਹੜੀ ਲੜਾਈ ਚੱਲ ਰਹੀ ਆ ਇਹਦੇ ਵਿੱਚ ਕੌਣ ਜਿੱਤੇਗਾ who is gonna win the one who's gonna win is the one you feed the most ਹਾਂ ਉਹ ਜਿੱਤੇਗਾ ਜਿਹਨੂੰ ਤੁਸੀਂ ਜ਼ਿਆਦਾ ਖੁਰਾਕ ਖਵਾ ਰਹੇ ਹੋ ਤੇ ਜਿਹੜਾ ਕਾਲਾ ਚਿੱਟਾ ਆ ਇਹ ਆਪਣੇ ਅੰਦਰ ਆਪਣੀਆਂ ਚੰਗੀਆਂ ਸੋਚਾਂ ਆਪਣੀਆਂ ਬੁਰੀਆਂ ਸੋਚਾਂ are good thoughts or bad thoughts ਹੈ who is gonna win those thoughts are gonna win the one you are feeding the most ਜੇ ਤੁਸੀਂ ਆਪਣੀ ਚੰਗੀ ਵੱਲ ਚੰਗੇ ਨੂੰ ਲੱਗੇ ਰਹੋਗੇ ਕਾਲਾ ਕਦੇ ਨਿਕਲੇਗਾ ਨਹੀਂ ਅਨਫੋਰਚੂਨੇਟਲੀ ਆਪਣੇ ਅੰਦਰੋਂ he always will be there ਹੈ ਆਪਾਂ ਜਿੰਨਾ ਵੀ ਕਰ ਲਈਏ ਆਪਣਾ ਉਦੋਂ ਹੀ ਕਾਲੇ ਨੇ ਨਿਕਲਣਾ ਜਿੱਦਾਂ ਆਪਾਂ ਸਵਰਗ 'ਚ ਜਿੱਦਣ ਪਰਮੇਸ਼ਰ ਕੋਲੇ ਬੈਠੇ ਹੋਵਾਂਗੇ ਕਿਉਂਕਿ ਉੱਥੇ ਕਾਲੇ ਦਾ ਕੋਈ ਲੈਣਾ ਦੇਣਾ ਨਹੀਂਗਾ ਮੈਂ ਹਾਲੇਲੂਇਆ ਜਿੱਦਣ ਆਪਾਂ ਇੱਥੇ ਜਦੋਂ ਤੱਕ ਆਪਾਂ ਇੱਥੇ ਹੈਗੇ ਆ ਉਦੋਂ ਤੱਕ ਇਹ ਲੜਾਈ ਆਪਣੇ ਅੰਦਰ ਚੱਲਦੀ ਰਹਿਣੀ ਆ ਕਾਲੇ ਚਿੱਟੇ ਦੀ ਤੇ ਆਪਣਾ ਕੰਮ ਆ ਕਿ ਆਪਾਂ ਦੇਖੀਏ ਆਪਾਂ ਕਿਹਨੂੰ ਜ਼ਿਆਦਾ ਖਵਾ ਰਹੇ ਆ who are we feeding the most that is the important thing even in the house of the Lord ਚਰਚ ਦੇ ਵਿੱਚ ਵੀ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਕਈ ਬਲੀਵਰਸ ਇਦਾਂ ਦੇ ਵੀ ਹੈਗੇ ਨੇ ਜਿਹੜੇ ਬਹੁਤ ਸਾਲਾਂ ਤੋਂ ਆ ਰਹੇ ਨੇ ਚਰਚ ਦੇ ਵਿੱਚ ਚਰਚ 'ਚ ਜਾ ਰਹੇ ਨੇ ਯੂਨੀਵਰਸਲ ਚਰਚ ਦੇ ਵਿੱਚ ਕਿਤੇ ਜਿੱਥੇ ਵੀ ਕਿਤੇ ਜਾ ਰਹੇ ਨੇ ਬਹੁਤ ਸਾਲਾਂ ਤੋਂ ਉਹ ਬਲੀਵਰਸ ਨੇ ਬਹੁਤ ਸਾਲਾਂ ਤੋਂ ਜਾ ਰਹੇ ਨੇ ਪਰ ਫਿਰ ਵੀ ਕਈ ਵਾਰੀ ਆਪਾਂ ਦੇਖ ਲੈਂਦੇ ਆ ਕਿ ਉਹਨਾਂ ਦੀਆਂ ਕਰਤੂਤਾਂ ਦੇ ਵਿੱਚ ਐਂ ਲੱਗਦਾ ਆ ਕਿ ਉਹ ਕਾਲੇ ਨੂੰ ਜ਼ਿਆਦਾ ਖਵਾ ਰਹੇ ਨੇ ਹੈ ਸੱਚੀ ਮਤਲਬ ਵੀ ਜਦੋਂ ਬੰਦਾ ਇੱਕ ਬਲੀਵਰ ਹੋ ਗਿਆ ਮੋਰ ਨਹੀਂ ਲੱਗਦੀ ਵੀ ਹੁਣ ਤੂੰ ਚਿੱਟਾ ਹੋ ਗਿਆ there is no stamp for a believer that you are the white now no ਇਹ ਫਿਰ ਵੀ ਹਜੇ ਵੀ ਆਪਣੀ ਹੀ ਰੋਜ਼ ਦੀ ਲੜਾਈ ਆ all of us every day we are fighting ਹੈ ਸੋ ਇਹ ਆਪਾਂ ਧਿਆਨ ਰੱਖੀਏ ਆਪਾਂ ਕੀ ਆਪਣਾ ਫਰਜ਼ ਬਣਦਾ what we have to do we have to pray for them we have to pray for them because yesterday they did something that looks like black tomorrow we will do something that will look like we are feeding the black है ना हो सकता ਆਪਾਂ ਪਰਫੈਕਟ ਥੋੜੀ ਆ ਆਪਾਂ ਸਾਰੇ ਗਲਤੀਆਂ ਕਰਦੇ ਆ ਸਾਰੀਆਂ ਤੋਂ ਗਲਤੀਆਂ ਹੁੰਦੀਆਂ ਨੇ ਸੋ ਆਪਾਂ ਇੱਕ ਦੂਜੇ ਦੇ ਲਈ ਦੁਆ ਕਰੀਏ ਹਮੇਸ਼ਾ ਇੱਕ ਦੂਜੇ ਨੂੰ ਯਾਦ ਰੱਖੀਏ ਦੁਆਵਾਂ ਦੇ ਵਿੱਚ ਤਾਂ ਕਰਕੇ
कदे भी कोई भी जड़ा हैगा है वो ऐसा ना महसूस करे भी मैनू कोई पुछदा नहीं, मैनू कोई पुछदा नहीं जां मेरे लिए प्रेयर नहीं हुंदी। सारा कुछ तो आपां सारी चर्च दे फैमिली आपां एक मिल के आपां सारिਆਂ ने यह करना है। मैन हालेलुया। But brothers and sisters, we do have to work hard to keep our foundation strong. ਆਪਾਂ बहुत मेहनत करनी पैंदी है अपनी फाउंडेशन ਨੂੰ स्ट्रॉन्ग रखदे। ਤੁਹਾਨੂੰ पता है कि बुरा बनने के लिए मेहनत ही नहीं करनी पैंदी। जे तुसी बस कुछ ना करो ना तो ऑलरेडी ऑलमोस्ट लाइक ऑटोमैटिकली बुराई आंदी जांदी आ। जो चंगियां चीज़ां करनियां ने ना उदों थोड़ा जिहा जोर लाना पैंदा। When you're doing something good, nice things, then you have to force yourself. बुरा बनने के लिए sometimes इधरों उधरों दोस्त मित्रां ने आके दो मिनटां च थोनों मतलब थोड़ा दिमाग भर देना, थोड़ियां सोचां भ्रष्ट कर देनियां ने, है ना। पर तुसी कहोगे उन्होंने ना 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 मैं नहीं सुननी गल, है ना। ਇਹ ਇੱਥੇ ਜਦੋਂ ਫਿਰ ਆਪਣਾ ਪ੍ਰਭੂ ਦੀ ਹਜ਼ੂਰੀ ਹੋਲੀ ਸਪਿਰਿਟ ਆਪਣੇ ਨਾਲ ਗੱਲ ਕਰਦਾ ਹੈ, ਕਿਉਂਕਿ ਪਵਿੱਤਰ ਆਤਮਾ ਆਪਣੇ ਅੰਦਰ ਰਹਿੰਦਾ ਹੈ, ਉਹ ਆਪਾਂ ਨੂੰ ਲੀਡ ਕਰਦਾ ਹੈ, ਆਪਾਂ ਨੂੰ ਗਾਈਡ ਕਰਦਾ ਹੈ। ਆਮੇਨ ਹਾਲੇਲੂਇਆ, ਪ੍ਰੇਜ਼ ਦਾ ਲੋਰਡ। ਰੋਜ਼ ਦੀ ਰੋਜ਼ ਆਪਾਂ ਐਸ ਸਲੀਬ ਦੇ ਪਿੱਛੇ ਲੁਕਣਾ ਆ। ਵੀ ਹੈਵ ਟੂ ਹਾਈਡ ਬਿਹਾਈਂਡ ਦਿਸ ਕ੍ਰਾਸ ਐਵਰੀ ਡੇ। We need to stay humble. We need to stay in His presence. We always need to walk in the love of Christ. Amen. परमेश्वर के प्यार दे विच चलना है, क्योंकि यह सलीब प्यार है परमेश्वर का है। परमेश्वर ने जगत नाल इन्ना प्यार किया कि उन्हें अपना इकलौता पुत्र भेज दिता कि जो कोई भी उस दे विच विश्वास करे वो नाश ना होवे बल्कि हमेशा की जिंदगी पावे। दिस इज हिज लव फॉर अस, फॉर यू एंड फॉर मी। आमेन हालेलुया। रोज आपां कहना है तू बढ़ता जा मैं कम होता हूँ। आमेन। तू बढ़ता जा मैं कम होता हूँ। आमेन हालेलुया। बिल्कुल भी ईजी नहीं होएगा, ये बहुत मुश्किल भी हो सकता है ये सारा कुछ करना। पर परमेश्वर जो यीशु मसीह जी इस थां तो गए सीगे, उन्होंने की कहा सी? उन्होंने कहा सीगा मैं जा रहा हाँ ते मैं मददगार को भेजूंगा। आई एम गोइंग एंड आई एम गोना सेंड द हेल्पर। हु इज आवर हेल्पर? द होली स्पिरिट, हु इज हेल्पिंग अस एवरी स्टेप ऑफ आवर वे, एवरी डे, एवरी मिनट। एनी टाइम यू नीड हिम, यू आर क्लोजिंग योर आइज एंड देयर ही इज, ready to help you. Amen. Hallelujah. We are not alone in this. The Holy Spirit is everywhere. Wherever we go, He's leading us and guiding us. Amen. We're going to read something in the Word of God. We won't be reading too many verses. We'll read a big chunk in Punjabi first, and at the end again of the sermon, we will read something. So for now, we're going to read Matthew da 7 da 24 to leke 27 tak. We're going to read Matthew 7:24 to 27. पंजाबी च पढ़ांगे, फिर बिच बिच दी मैं इंग्लिश पढ़ लूँगी। हाँ जी, Matthew 7:24 to 27। इसलिए जो कोई मेरे वचनां नूं सुनदा है अते उन्हां उत्ते चलदा है वो समझदार आदमी वर्गा है जिसने अपना घर चट्टान ते बनाया। ਜਦੋਂ ਵਰਖਾ ਆਈ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ, ਉਹ ਘਰ ਨਾ ਡਿੱਗਾ ਕਿਉਂਕਿ ਉਸ ਘਰ ਦੀ ਨੀਂਹ ਚਟਾਨ ਉੱਤੇ ਰੱਖੀ ਹੋਈ ਸੀ। ਪਰ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਹੈ ਪਰ ਉਹਨਾਂ ਤੇ ਚੱਲਦਾ ਨਹੀਂ ਹੈ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਤੇ ਬਣਾਇਆ। ਇਸ ਲਈ ਜਦੋਂ ਵਰਖਾ ਆਈ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਹ ਘਰ ਨਾਲ ਟਕਰਾਈਆਂ ਤਾਂ ਉਹ ਘਰ ਡਿੱਗ ਪਿਆ। ਉਸ ਦੀ ਢਹਾਈ ਕਿੰਨੀ ਭਿਅੰਕਰ ਸੀ। So we read it in Punjabi, but now I will read it in English one by one verse. So English ਦੇ ਵਿੱਚ ਜਿਹੜੀ 24ਵੀਂ verse ਪਹਿਲਾਂ ਹੈਗੀ ਆ, ਉਹ ਕਹਿੰਦਾ anyone who listens to my teachings and obeys me is wise. Amen. Anyone who listens to my teaching and obey me is wise. It's so wonderful when we listen to the word of God. ਕਿੰਨੀ ਵਧੀਆ ਚੀਜ਼ ਆ ਜਦੋਂ ਆਪਾਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਸੁਣਦੇ ਹਾਂ, ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਹਾਂ, ਉਹਦੀ ਪ੍ਰੀਚਿੰਗ ਸੁਣਦੇ ਹਾਂ, ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹਾਂ। ਕਿੰਨੇ ਡਿਫਰੈਂਟ ਤਰੀਕੇ ਨੇ ਜਦੋਂ ਆਪਾਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਸੁਣ ਸਕਦੇ ਹਾਂ। ਬਹੁਤ ਹੀ ਵਧੀਆ ਚੀਜ਼ ਆ ਇਹ ਕਿ ਆਪਾਂ ਸੁਣਦੇ ਹਾਂ, ਕਿਉਂਕਿ ਪਰਮੇਸ਼ਵਰ ਕਹਿੰਦਾ ਆ ਕਿ anyone who listens to my teachings, ਹੈ ਨਾ। ਪਰ ਪਰਮੇਸ਼ਵਰ ਦਾ ਵਚਨ ਇਹ ਨਹੀਂ ਕਹਿੰਦਾ ਕਿ ਜਦੋਂ ਆਪਾਂ ਪ੍ਰੀਚਿੰਗਸ ਨੂੰ ਸੁਣਾਂਗੇ ਆਪਾਂ ਵਾਈਜ਼ ਆ।
ਇਹ ਨਹੀਂ ਕਹਿੰਦਾ, it's not saying when we're gonna listen to his preachings we are wise. It's not saying that when we are going to be reading the Bible we are wise. It doesn't say that. ਇਹ ਨਹੀਂ ਕਹਿੰਦਾ ਕਿ ਆਪਾਂ ਬੁੱਧੀਮਾਨ ਆ ਜਦੋਂ ਆਪਾਂ ਪਰਮੇਸ਼ਵਰ ਦਾ ਵਚਨ ਸੁਣਦੇ ਆ ਜਾਂ ਪੜ੍ਹਦੇ ਆ ਜਾਂ ਪ੍ਰੀਚ ਕਰਦੇ ਆ। ਇਹਦੇ 'ਚ ਨਹੀਂ, ਇਹ ਨਹੀਂ ਕਹਿੰਦਾ ਕਿ ਉਦੋਂ ਵਾਈਜ਼ ਆ। ਕਦੋਂ ਵਾਈਜ਼ ਆ ਆਪਾਂ? ਜਦੋਂ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਓਬੇ ਕਰਦੇ ਆ। when we walk on the word then only, ਜੇ ਆਪਾਂ ਮੰਨਦੇ ਆ ਤੇ ਉਹਦੇ ਤੇ ਚੱਲਦੇ ਆ, ਸਿਰਫ ਤਾਂ ਹੀ ਆਪਾਂ ਬੁੱਧੀਮਾਨ ਆ। ਪਰਮੇਸ਼ਵਰ ਦਾ ਵਚਨ ਕਹਿੰਦਾ ਸਿਰਫ ਪੜਨ ਦੇ ਨਾਲ ਕੋਈ ਨਹੀਂ ਬੁੱਧੀਮਾਨ ਬਣਦਾ, ਆਪਾਂ ਨੂੰ ਉਹਦੇ ਤੇ ਚੱਲਣਾ ਪੈਣਾ ਆ। ਸਿਰਫ ਆਪਾਂ ਤਾਂ ਬੁੱਧੀਮਾਨ ਕਹੇ ਜਾਏ ਜਾਵਾਂਗੇ। if we only listen his teachings but don't obey them, there's no point in it. there's no point in it. ਹਾਂ ਤੁਸੀਂ ਬਿਲਕੁਲ ਨੌਲੇਜ ਲੈ ਰਹੇ ਹੋ, ਸਿੱਖ ਰਹੇ ਹੋ, ਪਰ ਤੁਸੀਂ ਚੱਲ ਨਹੀਂ ਰਹੇ ਤੇ ਉਹ ਕੰਮ ਤੁਹਾਡੇ ਵਿੱਚ ਹੋਣੇ ਸ਼ੁਰੂ ਨਹੀਂ ਹੋਣਗੇ। ਜਿਹੜਾ ਪਰਮੇਸ਼ਵਰ ਦੇ ਵਾਅਦੇ ਨੇ ਉਹ ਪੂਰੇ ਨਹੀਂ ਹੋਣਗੇ ਜਦ ਤੱਕ ਆਪਾਂ ਉਹਦੇ ਤੇ ਚੱਲਾਂਗੇ ਨਹੀਂ। ਆਮੇਨ। ਇਹ ਸਭ ਤੋਂ ਵੱਡੀ ਬਰਕਤ ਆ ਜਦੋਂ ਆਪਾਂ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਉਹਦੇ ਤੇ ਚੱਲਦੇ ਆ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਕਹਿੰਦਾ ਆ ਮੇਰੇ ਫਲਾਂ ਤੋਂ ਤੁਸੀਂ ਪਹਿਚਾਨੇ ਜਾਓ, ਤੁਹਾਡੇ ਫਲਾਂ ਤੋਂ ਤੁਸੀਂ ਪਹਿਚਾਨੇ ਜਾਓਗੇ। ਯੂ ਵਿਲ ਬੀ ਨੋਨ ਬਾਈ ਯੋਰ ਫਰੂਟਸ। ਆਮੇਨ। ਜੇ ਤੁਹਾਡੇ ਵਿੱਚ ਫਲ ਨਜ਼ਰ ਆ ਰਹੇ ਨੇ ਤਾਂ ਪਤਾ ਲੱਗ ਰਿਹਾ ਹੈ ਕਿ ਆਪਾਂ ਓਬੇ ਕਰ ਰਹੇ ਹਾਂ, ਤਾਂ ਪਤਾ ਲੱਗ ਰਿਹਾ ਕਿ ਹਾਂ ਅਸੀਂ ਚੱਲ ਰਹੇ ਹਾਂ ਉਹ ਚੀਜ਼ਾਂ ਤੇ ਜੋ ਪਰਮੇਸ਼ਵਰ ਆਪਾਂ ਨੂੰ ਦੱਸਦਾ ਆ। ਹੈ ਕਿੰਨੇ ਕੁ ਮਿੱਠੇ ਹੋ ਤੁਸੀਂ, ਹੈ ਤੁਹਾਡੇ ਫਰੂਟ, ਹਾਊ ਸਵੀਟ ਆਰ ਯੂ। ਹੈ ਅੰਬ ਦਾ ਪਲਾਂਟ, ਅੰਬ ਦਾ ਜਿਹੜਾ ਬੂਟਾ ਟਰੀ ਹੁੰਦਾ ਆ ਉਹਦੇ 'ਚ ਦੇਖੋ ਜੂਸੀ ਅੰਬ ਲੱਗੇ ਹੁੰਦੇ ਨੇ, ਪਤਾ ਲੱਗਦਾ ਆ ਕਿ ਵਾਓ ਇਹ ਮਿੱਠਾ ਫਲ ਆ, ਇਹਦੇ 'ਚ ਅੰਬ ਲੱਗੇ। ਆਪਾਂ ਕਿੰਨੇ ਕੁ ਮਿੱਠੇ ਆ। ਹੈ ਆਪਾਂ ਕਈ ਵਾਰੀ ਨਿੰਮ ਦਾ ਟਰੀ ਹੀ ਬਣ ਕੇ ਫਿਰਦੇ ਹੁੰਦੇ ਆ ਕਈ ਵਾਰੀ ਆਪਾਂ, ਹੈ ਬਿਟਰ, ਪਰ ਆਪਣੇ ਫਲਾਂ ਤੋਂ ਆਪਾਂ ਪਹਿਚਾਨੇ ਜਾਵਾਂਗੇ। ਹਮੇਸ਼ਾ ਜੋ ਤੁਸੀਂ ਕਰੋ, ਜੋ ਬੋਲੋ, ਜਿੱਥੇ ਜਾਓ, ਪਤਾ ਚੱਲੇ ਕਿ ਤੁਸੀਂ ਪਰਮੇਸ਼ਵਰ ਦੇ ਬੱਚੇ ਹੋ ਤੇ ਉਹਨਾਂ ਦੇ ਫਲਾਂ ਦੇ ਨਾਲ ਭਰੇ ਹੋਏ ਹੋ। ਆਮੇਨ, ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਕਈ ਲੋਕ ਜਿਹੜੇ ਹੈਗੇ ਨੇ ਉਹ ਵਚਨ ਪੜ੍ਹਦੇ ਨੇ ਤੇ ਉਹ ਇੰਨਾ ਵਚਨ ਪੜ੍ਹਦੇ ਨੇ, ਉਹਨਾਂ ਨੇ 2 3 4 5 ਵਾਰੀ ਪੂਰੀ ਬਾਈਬਲ ਪੜ੍ਹੀ ਹੋਈ ਆ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਜੈਨੇਸਿਸ ਤੋਂ ਰੈਵਲੇਸ਼ਨ 2 3 4 4 ਵਾਰੀ ਪੂਰੀ ਬਾਈਬਲ ਪੜ੍ਹੀ ਹੋਈ ਆ, ਪਰ ਉਹਨਾਂ ਦੇ ਵਿੱਚ ਫਲ ਨਹੀਂ ਨਜ਼ਰ ਆ ਰਹੇ। ਹੈ ਤਾਂ ਉਹ ਪੂਰੀ ਬਾਈਬਲ ਪੜ੍ਹਨ ਦਾ ਕੋਈ ਕੰਪੀਟੀਸ਼ਨ ਨਹੀਂਗਾ। ਬਾਈਬਲ ਪੜ੍ਹਨ ਦਾ ਇਹ ਕੰਪੀਟੀਸ਼ਨ ਨਹੀਂਗਾ। ਜੇ ਤੁਸੀਂ ਇੱਕ ਵਰਸ ਪੜ੍ਹੀ ਆ, 2 ਵਰਸਾਂ, ਸਿਰਫ ਵਰਸਾਂ ਇੰਨੀ ਵੱਡੀ ਬਾਈਬਲ ਚੋਂ ਪੜ੍ਹੀਆਂ ਨੇ ਤੇ ਉਹਨਾਂ ਤੇ ਚੱਲ ਰਹੇ ਹੋ, ਉਹ ਜ਼ਿਆਦਾ ਬਰਕਤ ਵਾਲੀਆਂ ਨੇ ਇਹ ਤੋਂ ਕਿ ਤੁਸੀਂ ਪੂਰੀ ਬਾਈਬਲ ਪੜ੍ਹ ਲਈ ਹੈਗੀ ਆ, ਸਾਰੀ 2 3 ਵਾਰੀ ਪੜ੍ਹ ਲਈ ਹੈਗੀ ਆ ਤੇ ਤੁਹਾਨੂੰ ਮਤਲਬ ਵੀ ਕੁਝ ਵੀ ਨਹੀਂ ਸਮਝ ਆਇਆ ਤੇ ਤੁਸੀਂ ਉਹਦੇ ਤੇ ਚੱਲ ਵੀ ਨਹੀਂ ਰਹੇ, ਉਹਦਾ ਕੋਈ ਫਾਇਦਾ ਨਹੀਂਗਾ। ਸੋ ਇਹ ਜ਼ਰੂਰੀ ਆ ਕਿ ਆਪਾਂ ਜਿਹੜੀ ਬਾਈਬਲ ਹੈਗੀ ਆ ਉਹਨੂੰ ਪੜ੍ਹੀਏ ਤੇ ਉਹਦੇ ਉੱਤੇ ਚੱਲੀਏ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦੇ ਫਲ ਨੇ ਜਿਹੜੇ ਉਹ ਆਪਣੇ ਵਿੱਚ ਨਜ਼ਰ ਆਣੇ ਚਾਹੀਦੇ ਨੇ। ਲਵ, ਜੋਏ, ਪੀਸ, ਪੇਸ਼ੈਂਸ, ਕਾਈਂਡਨੈਸ, ਗੁੱਡਨੈਸ, ਫੇਥਫੁਲਨੈਸ, ਜੈਂਟਲਨੈਸ, ਸੈਲਫ ਕੰਟਰੋਲ। When we walk on all these fruits of the Holy Spirit, you will see what happened in your life. You will be transformed. You will be transformed. ਗੁੱਸਾ, ਈਰਖਾ, jealousy, ਨਫ਼ਰਤ, ਈਗੋ, ਇਹ ਸਾਰੀਆਂ ਚੀਜ਼ਾਂ ਆਪਾਂ ਤੋਂ ਦੂਰ ਨਿਕਲਣਗੀਆਂ। ਜਦੋਂ ਆਪਾਂ ਚਾਨਣ ਨਾਲ ਭਰੇ ਹੋਏ ਆ ਤੇ ਹਨੇਰਾ ਆਟੋਮੈਟਿਕਲੀ ਬਾਹਰ ਨਿਕਲ ਜਾਂਦਾ ਆ। ਆਮੇਨ, ਹਾਲੇਲੂਇਆ। ਕਈ ਵਾਰੀ ਪੰਜਾਬੀ 'ਚ ਕਹਾਵਤ ਇੱਕ ਕਹਿੰਦੇ ਹੁੰਦੇ ਨੇ ਵੀ ਉਹ ਫਲਾਣਾ ਤਾਂ ਮੱਖੀ ਨਹੀਂ ਨੱਕ ਤੇ ਬੈਠਣ ਦਿੰਦਾ। ਹੈ ਮਤਲਬ ਵੀ ਉਹਨੂੰ ਬੰਦੇ ਨੂੰ ਕੁਛ ਨਹੀਂ ਕਹਿ ਸਕਦੇ, ਉਹ ਮੱਖੀ ਨਹੀਂ ਨੱਕ ਤੇ ਬੈਠਣ ਦਿੰਦਾ। ਲਾਈਕ ਸੋ ਵੀ ਡੋਨਟ ਵਾਂਟ ਟੂ ਬੀ ਲਾਈਕ ਦੈਟ। ਵੀ ਨੀਡ ਟੂ ਲਿਵ ਹੰਬਲ ਲਾਈਫ। ਵੀ ਨੀਡ ਟੂ ਬੀ ਹੰਬਲ, ਆਲਵੇਜ਼ ਹੰਬਲ। ਆਪਾਂ ਤਾਂ ਮਤਲਬ ਵੀ ਸਿੱਖਦੇ ਆ ਨਾ, ਜਦੋਂ ਆਪਣੇ ਜਿਹੜੇ ਲੀਡਰਸ, ਆਗੂ, ਆਪਣੇ ਪਾਸਟਰ ਜੀ, ਹਮੇਸ਼ਾ ਉਹਨਾਂ ਨੂੰ ਵੀ ਜੇ ਕੋਈ ਗੱਲ ਕਹੋ ਉਹ ਬੜੀ ਹੰਬਲੀ ਆਨਸਰ ਕਰ ਦਿੰਦੇ ਨੇ, ਹੰਬਲੀ ਆਨਸਰ ਕਰ ਦਿੰਦੇ ਨੇ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ। ਮੈਨੂੰ ਇੱਕ ਵਾਰੀ ਸਪਿਰਿਚੁਅਲ ਚਪੇੜ ਪਈ ਸੀ ਪਾਸਟਰ ਜੀ ਤੋਂ, ਮੈਂ ਤੁਹਾਨੂੰ ਦੱਸਾਂ। 2-3 ਸਾਲਾਂ ਦੀ, 4 ਸਾਲਾਂ ਦੀ ਮੇਰੀ ਗੱਲ ਹੈਗੀ ਆ ਤੇ ਪਾਸਟਰ ਜੀ ਨੂੰ ਉੱਥੇ ਹੀ ਸੀਗੇ ਤੇ ਮੈਂ ਫੋਨ ਕੀਤਾ। ਮੈਂ ਬੜੀ ਅਪਸੈਟ ਸੀਗੀ ਕਿਸੇ ਗੱਲ ਤੇ, ਹੈ ਨਾ। ਸੋ ਮੈਂ ਉਹਨਾਂ ਨੂੰ ਕਿਹਾ ਨਾ ਵੀ ਆਈ ਐਮ ਵੈਰੀ ਅਪਸੈਟ ਪਾਸਟਰ ਜੀ ਕਿ ਸੋ ਐਂਡ ਸੋ ਪਰਸਨ ਸੈਡ ਦਿਸ ਟੂ ਮੀ, ਸੈਡ ਦੈਟ ਟੂ ਮੀ, ਯੂ ਨੋ। ਮੈਂ ਕਿਹਾ ਉਹਨਾਂ ਨੇ ਮੈਨੂੰ ਕੀ ਕੁਛ ਕਹਿਤਾ ਆ ਵੀ ਮੈਂ ਨਾ ਆਈ ਵਾਜ਼ ਵੈਰੀ ਅਪਸੈਟ। ਹੈ ਤੇ ਪਾਸਟਰ ਜੀ ਮੈਨੂੰ ਕਹਿੰਦੇ ਅੱਛਾ ਹੈ। ਤੇ ਮੈਂ ਕਿਹਾ ਹਾਂਜੀ। ਮੈਂ ਕਿਹਾ ਪਾਸਟਰ ਜੀ ਮੈਂ ਬਹੁਤ ਅਪਸੈਟ ਹੈਗੀ। ਕਹਿੰਦੇ ਅੱਛਾ। ਮੈਂ ਕਿਹਾ ਮੈਨੂੰ ਗੁੱਸਾ ਚੜਿਆ ਵੀ ਮੈਂ ਮਤਲਬ ਕਹਿੰਦੇ ਵੀ ਅੱਛਾ ਤੈਨੂੰ ਦੁੱਖ ਲੱਗਿਆ। ਕਹਿੰਦੇ ਮੈਂ ਕਿਹਾ ਹਾਂਜੀ ਲੱਗਿਆ, ਮੈਨੂੰ ਦੁੱਖ ਲੱਗਿਆ ਨਾ ਵੀ ਤਾਂ ਹੀ ਤਾਂ ਮੈਂ ਤੁਹਾਨੂੰ
ਦੱਸ ਰਹੀ ਹਾਂ ਮੈਨੂੰ ਦੁੱਖ ਲੱਗਿਆ। ਕਹਿੰਦੇ ਆਪਾਂ ਤਾਂ ਮਰੇ ਹੋਏ ਆ, ਮਰੇ ਹੋਏ ਬੰਦੇ ਨੂੰ ਤਾਂ ਕਹਿੰਦੇ ਦੁੱਖ ਹੀ ਨਹੀਂ ਲੱਗਦਾ। ਵੀ ਆਰ ਡੈਡ, ਡੈਡ ਪਰਸਨ ਡੋਂਟ ਫੀਲ ਪੇਨ। ਸੱਚੀ ਮੈਨੂੰ ਅੱਗੋਂ ਗੱਲ ਨਹੀਂ ਆਈ। I was shocked। ਮੇਰੇ ਮਤਲਬ ਵੀ ਕਹਿ ਲਓ ਰੋਹਾਨੀ ਚ ਪੇੜ ਪਈ ਹੈ ਨਾ ਮੈਂ। And but that is so true. Dead person have no feelings. Dead person cannot feel anybody. ਤੁਹਾਡੇ ਜੁੱਤੀਆਂ ਵੀ ਪਈ ਜਾਣ, dead person is dead, cannot feel. ਸੋ ਪਰਮੇਸ਼ਵਰ ਦੇ ਵਿੱਚ ਆ ਕੇ ਆਪਾਂ ਨੂੰ ਮੁਰਦੇ ਬਣਨਾ ਪੈਂਦਾ ਹੈ। ਆਪਾਂ ਨਹੀਂ ਫਲਾਣੇ ਨੇ ਕੁਛ ਕਹਿਤਾ ਆਪਾਂ ਨੂੰ ਤੇ ਆਪਾਂ ਵੀ ਆਪਣੀਆਂ ਸ਼ਰਟ ਉੱਤੇ ਨੂੰ ਕਰਕੇ ਵੀ ਆਪਾਂ ਵੀ ਲੜਾਈ ਲਈ ਤਿਆਰ ਹੋ ਜਾਈਏ। ਉਹ ਦਿਨ ਗਏ, ਜਿੰਨਾ ਤੁਸੀਂ ਕਰ ਲਿਆ ਇੰਜੋਏ ਕਰ ਲਿਆ, ਹੁਣ ਨਹੀਂ ਕਰ ਸਕਦੇ ਆਪਾਂ। ਹੁਣ ਦੈਟਸ ਇਟ। ਹੁਣ ਆਪਾਂ ਨੀਵੇਂ ਹੋ ਕੇ ਤੁਰਨਾ ਆ। ਆਮੇਨ, ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਜਿਹੜੇ ਲੋਕ ਨੇ, ਜਦੋਂ ਆਪਾਂ ਫਲ ਦੀ ਟਰੀ ਦੀ ਗੱਲ ਕਰ ਰਹੇ ਸੀਗੇ, ਤੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਕਿਸ ਚੀਜ਼ ਦਾ ਪੇੜ ਆ। they don't care what kind of tree it is. they don't care for how many years this tree has been planted there. all matters ਸਿਰਫ ਆ ਨਹੀਂ ਵੀ ਕਿੰਨੇ ਸਾਲ ਪੁਰਾਣਾ ਇਹ ਪੇੜ ਲੱਗਿਆ ਹੋਇਆ, ਕਿੱਡਾ ਵੱਡਾ ਪੇੜ ਆ, ਪਰ ਜੇ ਉਹਦੇ ਤੇ ਫਲ ਹੀ ਨਾ ਨਜ਼ਰ ਆਉਣ ਤਾਂ ਉਹ ਪੇੜ ਦਾ ਕੋਈ ਫਾਇਦਾ ਨਹੀਂਗਾ, ਹੈ ਨਾ। ਆਪਾਂ ਵੀ ਭਾਵੇਂ ਕਿੰਨੇ ਸਾਲਾਂ ਦੇ ਮਸੀਹ ਹੋਈਏ, ਕਿੰਨੇ ਸਾਲਾਂ ਦੇ ਮਸੀਹ ਹੋਈਏ, ਜੇ ਆਪਣੇ ਵਿੱਚ ਫਲ ਨਹੀਂ ਨਜ਼ਰ ਆ ਰਹੇ ਤਾਂ ਫਿਰ ਕਿਤੇ ਨਾ ਕਿਤੇ ਕੋਈ ਗੜਬੜਿਆ। ਤਾਂ ਆਪਾਂ ਗੱਲ ਕਰੀਏ, ਦੁਆ ਕਰੀਏ, ਪਰਮੇਸ਼ਵਰ ਦੇ ਅੱਗੇ ਰੋਈਏ, ਪਰਮੇਸ਼ਵਰ ਤੋੜ ਮੇਰਾ ਦਿਲ, ਕਿਉਂ ਨਹੀਂ ਮੈਨੂੰ ਉਹ ਫੀਲਿੰਗ ਹੁੰਦੀ, ਕਿਉਂ ਮੈਂ ਦੂਜੇ ਨੂੰ ਕੁਝ ਕਹਿ ਦਿੰਨਾ ਆ ਜਾਂ ਕਹਿ ਦਿੰਨੀ ਆ, ਵੀ ਪਰਮੇਸ਼ਵਰ ਆਪਣੀ ਮਦਦ ਕਰੀਏ। ਜਿਹੜਾ ਓਬੀਡੀਐਂਸ ਦੀ ਕਮੀ ਆ, ਜੇ ਆਪਣੇ 'ਚ ਫਲ ਨਹੀਂ ਨਜ਼ਰ ਆ ਰਹੇ, ਹੈ ਨਾ, ਆਪਾਂ ਓਬੇ ਨਹੀਂ ਹੋ ਰਹੇ, ਆਪਾਂ ਪਰਮੇਸ਼ਵਰ ਦਾ ਵਚਨ ਨਹੀਂ ਓਬੇ ਕਰ ਰਹੇ। ਸਭ ਕੁਝ ਸਿੱਧਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ। ਓਬੀਡੀਐਂਸ ਦੀ ਕਮੀ ਆ। ਸੋ ਵੀ ਮੇਕ ਸ਼ੋਰ ਵੀ ਆਰ ਓਬੇਇੰਗ ਦ ਵਰਡ ਆਫ ਗॉड ਇਨ ਐਨੀਥਿੰਗ that we do. ਸੋ ਆਪਣੀ ਤਾਂ ਕਰਕੇ ਜੇ ਆਪਾਂ ਓਬੀਡੀਐਂਟ ਹੋਵਾਂਗੇ, ਆਪਣੀ ਜਿਹੜੀ ਸਪਿਰਿਚੁਅਲ ਫਾਊਂਡੇਸ਼ਨ ਆ ਉਹ ਸਟਰੋਂਗ ਰਹੇਗੀ, ਸਪਿਰਿਚੁਅਲ ਫਾਊਂਡੇਸ਼ਨ ਆਪਣੀ ਤਕੜੀ ਰਹੇਗੀ। ਆਮੇਨ, ਹਾਲੇਲੂਇਆ। ਜੇ ਨਹੀਂ ਨਜ਼ਰ ਆ ਰਹੇ ਤਾਂ ਸ਼ਾਇਦ ਆਪਾਂ ਜਿਹੜਾ ਆਪਣਾ ਕਾਲਾ ਵਾਲਾ ਬੰਦਾ ਆ ਉਹਨੂੰ ਜ਼ਿਆਦਾ ਖਵਾ ਰਹੇ ਆ, ਹੈ ਨਾ। ਸੋ ਆਪਾਂ ਥੋੜਾ ਜਿਹਾ ਸੋਚੀਏ ਵੀ ਨਹੀਂ, ਉਹਨੇ ਬਥੇਰਾ ਖਾ ਲਿਆ, ਹੁਣ ਦੂਜੇ ਦੀ ਵਾਰੀ ਆ। ਆਮੇਨ, ਹਾਲੇਲੂਇਆ। 24 ਤੇ 25 ਜਿਹੜੀ ਵਰਸ ਹੈਗੀ ਆਪਾਂ ਪੜ੍ਹ ਹਟਿਆ ਪੰਜਾਬੀ ਦੇ ਵਿੱਚ, ਸਪੈਨਿਸ਼ ਇੰਗਲਿਸ਼ ਦੇ ਵਿੱਚ ਕਹਿੰਦਾ ਆ, but on the other hand the people who listen and obey Lord's teaching are the ones who build a house on a solid rock. Amen, hallelujah. Today when the word was read here in Punjabi and in English, this line was there. I was like, wow, God is already telling the people what the word is going to be today. Amen. That he is our solid rock. Amen. ਆਪਣਾ ਜਿਹੜਾ ਘਰ ਆ ਉਹ ਆਪਾਂ solid rock ਤੇ ਚਟਾਨ ਤੇ ਬਣਾਉਣਾ ਆ। Amen. ਹਾਲੇਲੂਇਆ। ਉਹ ਆਪਾਂ ਇੱਕ ਗੀਤ ਗਾਉਂਦੇ ਹੁੰਦੇ ਸੀਗੇ ਕਿ ਤੂਫਾਨੋं की हस्ती है क्या जब जिंदा चट्टान पे हो आंखें। Amen. ਹਾਲੇਲੂਇਆ। ਅਰਨਸ ਮਾਲਮਨਾ ਦਾ ਗੀਤ ਹੈਗਾ ਆ ਕਿ ਕੀ ਹਿੰਮਤ ਵੀ ਹੋ ਸਕਦੀ ਆ ਤੂਫਾਨਾਂ ਦੀ ਜੇ ਆਪਣਾ ਘਰ ਆ ਜਿਹੜਾ ਉਹ ਚਟਾਨ ਤੇ ਬਣਿਆ ਹੋਇਆ। ਹਵਾ ਝੱਖੜ ਦੀ ਕੋਈ ਹਿੰਮਤ ਨਹੀਂ ਹੋ ਸਕਦੀ, ਕੁਛ ਵੀ ਉਹਨੂੰ ਢਾਉਣ ਦੀ, ਜੇ ਆਪਣਾ ਘਰ ਆ ਜਿਹੜਾ ਉਹ ਚਟਾਨ ਤੇ ਬਣਿਆ ਹੋਇਆ ਆ। ਮੈਂ ਹਾਲੇਲੂਇਆ। ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਪਾਣੀ ਤੇ ਤੁਰ ਰਹੇ ਸੀਗੇ, when he was walking on the water, ਪਤਰਸ ਆਇਆ, ਪਤਰਸ ਵੀ ਬੋਟ 'ਚ ਸੀਗਾ। ਪਤਰਸ ਕਹਿੰਦਾ ਵਾਓ ਪਰਮੇਸ਼ਵਰ ਯਿਸੂ ਮਸੀਹ ਜੀ ਵੀ ਤੁਸੀਂ ਪਾਣੀ ਤੇ ਤੁਰ ਰਹੇ ਹੋ, ਮੈਂ ਵੀ ਤੁਰਨਾ ਆ, ਹੈ ਬੱਚਿਆਂ ਵਾਂਗੂ, ਨਾ ਮੈਂ ਵੀ ਤੁਰਨਾ ਆ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਆ ਜਾਓ, ਹੈ ਨਾ। ਤੇ ਪਤਰਸ ਨੇ ਪੈਰ ਕੱਢਿਆ ਪਾਣੀ ਚੋਂ ਬਾਹਰ ਕਿਸ਼ਤੀ ਦੇ ਵਿੱਚ, ਤੇ ਉਹ ਗਿਆ ਤੁਰ ਕੇ ਗਿਆ, ਝਾਕਦਾ ਆ ਪਰਮੇਸ਼ਵਰ ਯਿਸੂ ਜੀ, ਤੇ ਤੁਰਿਆ ਗਿਆ ਪਾਣੀ ਤੇ ਤੁਰਿਆ ਗਿਆ। ਉਹ ਹੀ ਵਾਸ ਵਾਕਿੰਗ ਔਨ ਵਾਟਰ, ਹੈ। ਤੇ ਜਦੋਂ ਹੀ ਉਹਨੂੰ ਹਵਾ ਚੱਲੀ ਥੋੜੀ ਜੀ ਤੇ ਉਹਦੀਆਂ ਅੱਖਾਂ ਪਰਮੇਸ਼ਵਰ ਤੋਂ ਹਟੀਆਂ, ਉਦੋਂ ਹੀ ਉਹ ਡੁੱਬਣ ਲੱਗ ਗਿਆ ਹੈ। ਦੇਖੋ ਤੁਸੀਂ ਕਿ ਇਹ ਸੋਲਿਡ ਰੌਕ ਪਰਮੇਸ਼ਵਰ ਯਿਸੂ ਮਸੀਹ ਜੀ ਨੇ, ਉਹਦੇ ਤੇ ਆਪਾਂ ਘਰ ਬਣਾਉਣਾ ਹੈ, ਉਹਦੇ ਤੇ ਆਪਾਂ ਅੱਖਾਂ ਲੱਗ ਕੇ ਰੱਖਣੀਆਂ ਨੇ। ਜਦੋਂ ਹੀ ਆਪਣੀਆਂ ਅੱਖਾਂ ਇੱਧਰ ਉੱਧਰ ਹੋਈਆਂ, ਉਦੋਂ ਹੀ ਆਪਾਂ ਡੁੱਬਣ ਲੱਗ ਜਾਣਾ ਆ। ਸੋ ਆਪਣਾ ਧਿਆਨ ਆ ਜਿਹੜਾ ਉਹ ਹਮੇਸ਼ਾ ਪੂਰਾ ਪਰਮੇਸ਼ਵਰ ਯਿਸੂ ਮਸੀਹ ਜੀ ਤੇ ਹੋਣਾ ਚਾਹੀਦਾ ਹੈ। ਆਮੇਨ, ਹਾਲੇਲੂਇਆ। 26 ਤੇ 27ਵੀਂ ਜਿਹੜੀ ਆਇਤ ਹੈਗੀ ਆ, 26ਵੀਂ ਇਹਦੇ 'ਚ ਲਿਖਿਆ ਹੈਗਾ, but anyone who hears my teaching and ignores it is foolish, like a person who builds a house on sand. When the rains
and floods come and the wind beats against the house, it will fall with a mighty crash. ਹਾਂਜੀ ਦੇਖੋ ਜਦੋਂ ਮੀਂਹ ਝੱਖੜ ਆਊਗਾ ਉਦੋਂ ਘਰ ਆਪਣਾ ਢਹਿ ਜਾਣਾ ਆ ਜੇ ਆਪਣਾ ਘਰ ਮਜ਼ਬੂਤੀ 'ਚ ਨਹੀਂ ਬਣਿਆ ਹੋਇਆ। ਮੈਨ ਜਦੋਂ ਆਪਾਂ ਪਰਮੇਸ਼ਵਰ ਦੇ ਵਿੱਚ ਚੱਲਦੇ ਹਾਂ, ਜਿੱਦਾਂ ਆਪਾਂ ਪਹਿਲਾਂ ਕਹਿੰਦੇ ਸੀ, ਬਹੁਤ ਵਾਰੀ ਆਪਾਂ ਨੂੰ ਫੂਕ ਕੇ ਕਦਮ ਰੱਖਣੇ ਪੈਂਦੇ ਨੇ, ਹੈ ਨਾ। ਕਈ ਵਾਰੀ ਇਹ ਸੋਚ ਜੀ ਤਾਂ ਆਉਂਦੀ ਹੁੰਦੀ ਆ, ਆਫਟਰ ਆਲ ਆਪਾਂ ਹੈ ਨਾ ਵੀ ਹੈਗੇ ਤਾਂ ਮਾਸ ਤੇ ਲਹੂ ਦੇ ਹੀ ਬਣੇ ਹੋਏ ਆ। ਕਈ ਵਾਰੀ ਜੋ ਕੋਈ ਮੂਹਰੋਂ ਕੁਛ ਕਹਿ ਦਿੰਦਾ ਹੈ, ਅੰਦਰ ਬੰਦਾ ਕਹਿੰਦਾ ਆ ਹਾਏ ਜੇ ਮੈਂ ਕਿਤੇ ਪਰਮੇਸ਼ਵਰ 'ਚ ਨਾ ਹੁੰਦਾ ਨਾ ਫਿਰ ਮੈਂ ਤੈਨੂੰ ਦੱਸਦਾ ਹੈ ਸੱਚੀ ਅੰਦਰ ਮਤਲਬ। ਪਰ ਪਰਮੇਸ਼ਵਰ ਦਾ ਧੰਨਵਾਦ ਜਿਹਨੇ ਆਪਾਂ ਨੂੰ ਬਦਲ ਦਿੱਤਾ ਆ। ਮੈਨ ਹਾਲੇਲੂਇਆ, ਬਦਲ ਗਿਆ ਮੇਰਾ ਸਾਰਾ ਜੀਵਨ ਬਦਲ ਗਿਆ ਹੈ। ਹਾਲੇਲੂਇਆ, we are the changed people now because of Lord Jesus, because he's here with us, in us, he's leading us and guiding us every step of our way. Hallelujah, ਧੰਨਵਾਦ ਪਰਮੇਸ਼ਵਰ। ਕਈ ਥਾਵਾਂ ਤੇ ਆਪਾਂ ਨੂੰ ਕੰਨ ਆਪਣੇ ਬੰਦ ਕਰਨੇ ਪੈਣੇ ਨੇ। ਜਦੋਂ ਆਪਾਂ ਆਪਣੀ ਫਾਊਂਡੇਸ਼ਨ ਦੀ ਗੱਲ ਕਰ ਰਹੇ ਹਾਂ, ਵੀ ਟਾਕਿੰਗ ਅਬਾਊਟ ਮੇਕਿੰਗ ਅ ਸਟਰੋਂਗ ਫਾਊਂਡੇਸ਼ਨ, ਬਹੁਤ ਥਾਵਾਂ ਤੇ ਆਪਣੇ ਕੰਨ ਆਪਾਂ ਨੂੰ ਬੰਦ ਕਰਨੇ ਪੈਣੇ ਨੇ ਉਹ ਚੀਜ਼ਾਂ ਤੋਂ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ। ਲੋਕ ਤੁਹਾਨੂੰ ਆ ਕੇ ਨੈਗੇਟਿਵ ਬੋਲਦੇ ਨੇ, ਆਪਾਂ ਨੂੰ ਆਪਣੇ ਕੰਨ ਬੰਦ ਕਰਨੇ ਪੈਣੇ ਨੇ, ਹੈ ਨਾ। ਜਦੋਂ ਆਪਾਂ ਨੈਗੇਟਿਵ ਚੀਜ਼ਾਂ ਸੁਣਨ ਲੱਗ ਜਾਂਦੇ ਆ, ਆਪਣੀਆਂ ਸੋਚਾਂ ਨੈਗੇਟਿਵ ਬਣ ਜਾਂਦੀਆਂ ਨੇ। when we start listening to negative things, our thoughts become negative, ਹੈ ਨਾ। ਆਪਣੀਆਂ ਸੋਚਾਂ ਨੈਗੇਟਿਵ ਬਣ ਜਾਂਦੀਆਂ ਨੇ। ਸ਼ਾਇਦ ਆਪਾਂ ਨੂੰ ਆਪਣਾ ਫਰੈਂਡ ਸਰਕਲ ਚੇਂਜ ਕਰਨਾ ਪਵੇ, ਮੇਬੀ, ਹੈ ਨਾ। ਸੋਚੋ ਕਿੱਥੋਂ ਆਉਂਦੀਆਂ ਨੇ ਇਹ ਆਵਾਜ਼ਾਂ ਜਿਹੜੀਆਂ ਨੈਗੇਟਿਵ ਨੇ। ਮੇਬੀ ਆਪਾਂ ਨੂੰ ਆਪਣਾ ਫਰੈਂਡ ਸਰਕਲ ਜਾਂ ਆਪਾਂ ਨੂੰ ਆਪਣੇ ਟੀਵੀ ਦੇ ਫੇਵਰੇਟ ਚੈਨਲਸ ਚੇਂਜ ਕਰਨੇ ਪੈਣ, ਜੋ ਫੇਵਰੇਟ ਸ਼ੋਜ਼ ਆਪਾਂ ਦੇਖਦੇ ਹਾਂ। ਲੇਡੀਜ਼ ਸ਼ਾਇਦ ਆਈ ਡੋਂਟ ਨੋ ਜਿਹੜੀਆਂ ਇੰਡੀਅਨ ਡਰਾਮਾ ਕੋਈ ਦੇਖਦੇ ਹੋਣ, ਸ਼ਾਇਦ ਉਹ ਆਪਾਂ ਨੂੰ ਚੇਂਜ ਕਰਨਾ ਪਵੇ ਟੀਵੀ ਦਾ ਚੈਨਲ, ਹੈ ਨਾ, ਕਿਉਂਕਿ ਉਹਦੇ ਵਿੱਚ ਨੈਗੇਟਿਵ ਤੋਂ ਇਲਾਵਾ ਹੋਰ ਕੁਛ ਨਹੀਂ ਗਾ। The dramas, Indian dramas especially, there's so much negative stuff going on there, है ना। सो ਆਪਾਂ ਨੂੰ ਇਹ ਸਾਰਾ ਕੁਝ ਕਰਨਾ ਪਊਗਾ। ਕਈ ਵਾਰੀ ਤਾਂ ਭੈਣਾਂ ਦੇ ਗਰੁੱਪ ਬਣਾਏ ਹੁੰਦੇ ਨੇ ਕਿ ਫੋਨ ਤੇ ਗੌਸਿਪ ਕਰਨਾ ਹੈ। ਜਦ ਤੱਕ ਬੰਦਾ ਫੋਨ ਤੇ ਗੌਸਿਪ ਨਹੀਂ ਕਰ ਦਿੰਦਾ, ਉਦੋਂ ਤੱਕ ਉਹਨਾਂ ਦੀ ਰੋਟੀ ਨਹੀਂ ਪਚਦੀ ਹੈ। ਭੈਣਾਂ ਦੀ ਖਾਸ ਤੌਰ ਤੇ they are like, oh man, my stomach is hurting, food is not digesting properly today because I haven't phoned so and gossip about so and so, है ना। सो ਇਹ ਭੈਣੋਂ ਜਰਾ ਕੁ ਨਾ ਧਿਆਨ ਦੇ ਨਾਲ। ਹਾਲੇਲੂਇਆ। ਕਈ ਥਾਵਾਂ ਤੇ ਆਪਾਂ ਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਣੀਆਂ ਨੇ। ਅੱਖਾਂ ਆਪਾਂ ਨੂੰ ਬੰਦ ਕਰਨੀਆਂ ਪੈਣੀਆਂ ਨੇ ਉਹ ਈਵਲ ਚੀਜ਼ਾਂ ਤੋਂ, ਜਿਹੜੀਆਂ ਰੋਂਗ ਨੇ, ਜਿਹੜੀਆਂ ਲਸਟਫੁਲ ਨੇ, ਉਹੋ ਜਿਹੀਆਂ ਚੀਜ਼ਾਂ ਤੋਂ ਆਪਾਂ ਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਣੀਆਂ ਨੇ। ਇਹ ਮਤਲਬ ਇਹ ਸਾਰਾ ਕੁਝ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਆ ਵੀ ਕੀ ਕੁਛ ਆਪਾਂ ਨੂੰ ਕਰਨਾ ਪੈਣਾ ਟੂ ਬਿਕਮ ਅ ਗੁੱਡ ਬਲੀਵਰ, ਟੂ ਬਿਕਮ ਟੂ ਹੈਵ ਅ ਸੋਲਿਡ ਫਾਊਂਡੇਸ਼ਨ, ਲੋਟ ਆਫ ਥਿੰਗਸ ਦੈਟ ਵੀ ਹੈਵ ਟੂ ਪੁੱਟ ਇਨ ਆਰ ਲਾਈਫ, ਹੈ। ਜਿਹੜੀਆਂ ਸਕੇਰੀ ਮੂਵੀਜ਼ ਨੇ, ਹੈਲੋਵੀਨ ਦੇ ਟਾਈਮ ਜਿਹੜੀਆਂ ਮੂਵੀਜ਼ ਆਉਂਦੀਆਂ ਨੇ, ਉਹ ਸਾਰਾ ਮਹੀਨਾ ਜਿਹੜਾ ਹੁੰਦਾ ਅਕਤੂਬਰ ਦਾ, ਉਦੋਂ ਸਾਰਾ ਮਤਲਬ ਟੀਵੀ 'ਚ ਬਸ ਆਹੀ ਕੁਛ ਆ ਰਿਹਾ ਹੁੰਦਾ ਆ। ਤੁਹਾਨੂੰ ਪਤਾ ਹੈ ਜਿਹੜੀਆਂ ਹੈਲੋਵੀਨ ਵਾਲੀਆਂ ਈਵਲ ਮੂਵੀਜ਼ ਨੇ, ਜਦੋਂ ਉਹ ਆਪਾਂ ਦੇਖਦੇ ਆ, ਉਹਦੇ ਥਾਈਂ ਦੀ ਸ਼ੈਤਾਨ ਆਪਣੇ ਅੰਦਰ ਐਂਟਰ ਹੋ ਸਕਦਾ ਆ। ਅੱਖਾਂ ਥਾਈਂ ਦੀ ਸ਼ੈਤਾਨ ਆਪਣੇ ਅੰਦਰ ਐਂਟਰ ਹੋ ਸਕਦਾ ਆ। ਆਪਾਂ ਨਹੀਂ ਦੇਖਣੀਆਂ ਜਿਹੜੀਆਂ ਸਕੇਰੀ ਮੂਵੀਜ਼ ਨੇ, ਕਿਉਂਕਿ ਉਹ ਪਰਮੇਸ਼ਵਰ ਦੀਆਂ ਨਹੀਂ ਗੀਆਂ। ਆਪਣੇ ਅੰਦਰ ਪਰਮੇਸ਼ਵਰ ਦਾ ਰੂਹ ਵੱਸਦਾ ਆ। ਆਪਾਂ ਆ ਨਹੀਂ ਕਹਿ ਸਕਦੇ ਨਹੀਂ ਮੇਰੇ ਅੰਦਰ ਸ਼ੈਤਾਨ ਕਿੱਦਾਂ ਆ ਸਕਦਾ, ਵੀ ਮੈਂ ਤਾਂ ਪਰਮੇਸ਼ਵਰ ਦਾ ਬੰਦਾ ਹੈ, ਮੈਂ ਤਾਂ ਪਰਮੇਸ਼ਵਰ, ਮੈਨੂੰ ਤਾਂ ਪਰਮੇਸ਼ਵਰ ਦੇ ਵਿੱਚ ਲਿਖਿਆ ਹੋਇਆ ਵਾ ਵੀ ਹੁਣ ਆਪਾਂ ਪਰਮੇਸ਼ਵਰ ਦੇ ਬੰਦੇ ਬਣ ਗਏ ਆ ਤੇ ਹੁਣ ਆਪਾਂ ਸ਼ੈਤਾਨ ਦਾ ਆਪਣੇ ਤੇ ਕੋਈ ਕਾਬੂ ਨਹੀਂ ਗਾ। ਬਹੁਤ ਲੋਕ ਆਹ ਕਹਿੰਦੇ ਨੇ ਵੀ ਹੁਣ ਤਾਂ I am now a believer, I believe in Jesus, now even if I watch those movies nothing will happen to me because now devil cannot do anything to me. That's not true. That's not true. It's in our hand. We are giving ourselves to the devil right there, है ना। ਜਦੋਂ ਪਰਮੇਸ਼ਰ ਦੇ ਲਈ ਆਪਾਂ ਦਿਲ ਖੋਲਿਆ ਸੀ, the first day when we opened our heart, what did we do? ਪਰਮੇਸ਼ਰ ਨੇ ਧੱਕਾ ਮਾਰ ਕੇ ਨਹੀਂ ਸੀ ਆਇਆ ਉਹ ਅੰਦਰ। ਆਪਾਂ ਆਪਣੇ ਮੂੰਹ ਤੋਂ ਸਵੀਕਾਰ ਕੀਤਾ ਸੀ, ਉਹਨੂੰ ਐਕਸੈਪਟ ਕੀਤਾ ਸੀ, ਇਕਰਾਰ ਕੀਤਾ ਸੀ ਕਿ ਹਾਂਜੀ ਪਰਮੇਸ਼ਰ ਮੇਰੇ ਦਿਲ ਦੇ ਵਿੱਚ ਆ ਜਾਓ, ਹੈ ਨਾ। ਇਹ ਆਪਣੇ ਹੱਥ ਦੇ ਵਿੱਚ ਆ। ਸੋ ਆਪਣੇ ਕੰਨ ਨੇ ਜਿਹੜੇ ਅੱਖਾਂ ਨੇ ਜਿਹੜੀਆਂ ਉਹ ਬੰਦ ਕਰਨੀਆਂ ਪੈਣੀਆਂ ਨੇ ਇਹੋ ਜਿਹੀਆਂ ਚੀਜ਼ਾਂ ਤੋਂ। ਛੋਟੇ ਬੱਚਿਆਂ ਦੇ ਵੀ ਪੇਰੈਂਟਸ ਨੂੰ ਕਹੂੰਗੀ ਬਹੁਤ ਧਿਆਨ ਰੱਖੋ ਕਿ ਬੱਚੇ ਟੀਵੀ 'ਚ ਕੀ ਦੇਖਦੇ ਨੇ। ਅੱਜ ਕੱਲ੍ਹ ਇੱਦਾਂ ਦੇ ਸ਼ੋਜ਼ ਨਿਕਲੇ ਹੋਏ ਨੇ ਜਿਹੜੇ ਕਿ ਬੱਚਿਆਂ ਦੇ ਨਹੀਂ ਬਿਲਕੁਲ ਵੀ ਠੀਕ ਨਹੀਂ ਗੇ, ਹੈ ਨਾ। ਇਹ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਆ। ਜਿਹੜੀਆਂ ਬਹੁਤ ਲੋਕ ਆਪਣੇ ਫੋਨ ਨੇ ਜਿਹੜੇ ਉਹ ਲਸਟਫੁਲ ਦੀ ਚੀਜ਼ਾਂ ਦੇ ਲਈ ਯੂਜ਼ ਕਰਦੇ ਨੇ, ਹੈ। ਬਹੁਤ ਧਿਆਨ ਰੱਖੋ, ਇਹ ਪਰਮੇਸ਼ਵਰ ਦਾ
ਮੰਦਿਰ ਹੋ ਹੁਣ ਤੁਸੀਂ। We are the temple of the Holy Spirit. Use your phone, put your phone to a better use. ਹੈ ਪਰਮੇਸ਼ਵਰ ਦੀ ਇਵੈਂਜਲਿਜ਼ਮ ਕਰੋ ਆਪਣੇ ਫੋਨ ਤੇ। ਆਮੇਨ। ਹੋਰ ਸਾਰਾ ਕੁਝ ਦੇਖੋ ਤੇ ਇਵੈਂਜਲਿਜ਼ਮ ਭੇਜੋ, ਦੋਸਤਾਂ ਮਿੱਤਰਾਂ ਨੂੰ ਪਰਮੇਸ਼ਵਰ ਦਾ ਵਚਨ ਭੇਜੋ, ਉਹਨਾਂ ਨੂੰ ਦੱਸੋ, ਉਹਨਾਂ ਨੂੰ ਆਪਣੀ ਗਵਾਹੀ ਭੇਜੋ, ਆਪਣੀ ਟੈਸਟਮਨੀ ਭੇਜੋ। ਦੱਸੋ ਪਰਮੇਸ਼ਵਰ ਨੇ ਕੀ ਕੀਤਾ ਤੁਹਾਡੇ ਲਈ, ਦੱਸੋ ਪਰਮੇਸ਼ਵਰ ਕਿੱਦਾਂ ਤੁਹਾਡੀਆਂ ਜ਼ਿੰਦਗੀਆਂ ਨੂੰ ਬਦਲ ਰਿਹਾ ਹੈ, ਕਿੱਦਾਂ ਦੇ ਕੰਮ ਪਰਮੇਸ਼ਵਰ ਤੁਹਾਡੀ ਜ਼ਿੰਦਗੀ 'ਚ ਕਰ ਰਿਹਾ ਹੈ। ਜੋ ਪਿਆਰ ਸ਼ਾਂਤੀ ਜੋ ਕਿਤੋਂ ਨਹੀਂ ਸੀ ਮਿਲੀ ਉਹ ਤੁਹਾਨੂੰ ਪਰਮੇਸ਼ਵਰ ਦੇ ਰਿਹਾ ਹੈ। ਦੱਸੋ ਉਹਨਾਂ ਨੂੰ ਵੀ ਜ਼ਰੂਰਤ ਆ ਇਸ ਚੀਜ਼ ਦੀ। ਸਿਰਫ ਆਪਾਂ ਹੀ ਨਹੀਂ ਗੇ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਲੋੜ ਸੀ, ਸਾਰਾ ਸਰੀ ਭਰਿਆ ਪਿਆ। ਕਿੰਨੇ 500,000 ਕੁਛ ਜਿੰਨੇ ਵੀ ਨੇ ਉਹਨਾਂ ਨੂੰ ਜ਼ਰੂਰਤ ਆ ਪਰਮੇਸ਼ਵਰ ਦੀ। ਅਜੇ ਉਹਨਾਂ ਦੀਆਂ ਸ਼ੈਤਾਨ ਨੇ ਅੱਖਾਂ ਬੰਦ ਕੀਤੀਆਂ ਨੇ। ਜਦੋਂ ਆਪਾਂ ਜਾ ਕੇ ਬੀਜ ਬੋਵਾਂਗੇ, ਜਦੋਂ ਆਪਾਂ ਜਾ ਕੇ ਦੱਸਾਂਗੇ, ਜਿੱਦਣ ਭਾਵੇਂ ਉਹ ਇੱਕ ਵਾਰੀ ਨਾ ਕਰ ਦੇਣ, maybe they'll say no first time, but whenever they will be in trouble, they'll come to you. Just wait, they'll come to you. ਉਹਨਾਂ ਨੇ ਕਹਿਣਾ ਆ ਉਹ ਫਲਾਣੇ ਨੇ ਮੈਨੂੰ ਕੁਝ ਦੱਸਿਆ ਸੀਗਾ, ਇੱਕ ਵਾਰੀ ਮੈਂ ਟਰਾਈ ਮਾਰਦਾ ਆ ਵੀ ਸ਼ਾਇਦ ਮੇਰੀ ਉੱਥੋਂ ਕੋਈ ਗੱਲ ਬਣ ਜੇ, ਹੈ ਨਾ। ਸੋ ਇੱਕ ਵਾਰੀ ਕਿਸੇ ਨੂੰ ਦੱਸ ਕੇ ਬਸ ਛੱਡ ਦਿਓ, ਦੁਆ ਕਰੋ। ਹੋਲੀ ਸਪਿਰਿਟ ਵਿਲ ਟੇਕ ਓਵਰ ਐਂਡ ਹੋਲੀ ਸਪਿਰਿਟ ਵਿਲ ਡੂ ਦ ਵਰਕ। ਆਮੇਨ, ਹਾਲੇਲੂਇਆ। ਕੰਨ ਬੰਦ ਕਰਨੇ ਪੈਣੇ ਨੇ, ਅੱਖਾਂ ਬੰਦ ਕਰਨੀਆਂ ਪੈਣੀਆਂ ਨੇ, ਸਭ ਤੋਂ ਵੱਧ ਕੇ ਮੂੰਹ ਬੰਦ ਕਰਨਾ ਪੈਣਾ ਹੈ। ਮੂੰਹ ਬੰਦ ਕਰਨਾ ਪੈਣਾ ਆ। ਤੁਸੀਂ ਭੈਣੋ ਮੈਨੂੰ ਨਾ ਇੱਦਾਂ ਦੇਖੋ, ਮੈਂ ਨਹੀਂ ਕਹਿ ਰਹੀ, ਇਹ ਲਿਖਿਆ ਹੋਇਆ ਆ। ਸੋ ਸਿਸਟਰਸ, ਆਈ ਐਮ ਅ ਸਿਸਟਰ ਟੂ, ਸੋ ਆਈ ਕੈਨ, ਮੈਂ ਠੀਕ ਆ। ਜੇ ਕੋਈ ਬੰਦਾ ਖੜਾ ਕਹਿ ਰਿਹਾ ਹੁੰਦਾ ਫਿਰ ਤਾਂ ਹੁਣ ਅਸੀਂ ਵੀ ਸਿਸਟਰਸ ਨੂੰ ਕਹਿ ਰਹੇ ਨੇ। ਸੋ ਬਹੁਤ ਵਾਰੀ ਆਪਾਂ ਨੂੰ ਮੂੰਹ ਬੰਦ ਕਰਨਾ ਪੈਣਾ ਆ। ਕਈ ਵਾਰੀ ਨਾ ਜਿਹੜੀ ਮਾਚਿਸ ਦੀ ਤੀਲੀ ਹੁੰਦੀ ਆ, ਮੈਚ ਸਟਿਕ, ਮਾਚਿਸ ਦੀ ਤੀਲੀ ਓਨੀ ਅੱਗ ਨਹੀਂ ਲਾਉਂਦੀ ਜਿੰਨੀ ਜ਼ੁਬਾਨ ਲਾ ਦਿੰਦੀ ਆ। Matches doesn't light that much as your tongue can. ਘਰਾਂ ਦੇ ਘਰ ਤਬਾਹ ਕਰ ਦਿੰਦੀ ਹੈ ਜ਼ੁਬਾਨ, ਹੈ ਨਾ। ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ। ਸੋ ਹਮੇਸ਼ਾ ਬੋਲਣ ਤੋਂ ਪਹਿਲਾਂ ਸੋਚੋ, ਵੇਟ ਕਰੋ। ਪਾਸਟਰ ਜੀ ਆਪਣੇ ਕਹਿੰਦੇ ਹੁੰਦੇ ਨੇ, ਜੇ ਕਿਸੇ ਨੇ ਗੁੱਸੇ ਦੇ ਵਿੱਚ ਤੁਹਾਨੂੰ ਕੁਝ ਕਹਿ ਕੋ ਦਿੱਤਾ, ਸਾਡੇ ਪਾਸਟਰ ਜੀ ਦੇ ਕਿਹਾ ਹੋਇਆ ਅਸੀਂ ਫੋਲੋ ਕਰਦੇ ਆ। ਉਹ ਕਹਿੰਦੇ ਹੁੰਦੇ ਨੇ 3 ਦਿਨ ਦਿਓ। ਸਾਡੇ ਪਾਸਟਰ ਜੀ ਕਹਿੰਦੇ ਹੁੰਦੇ ਨੇ 3 ਦਿਨ ਦਿਓ, give 3 days. If somebody said something mad, somebody's mad, don't say anything, don't speak back, don't say anything. Give 3 days and wait and pray about it. Most likely ਉਹੀ ਬੰਦਾ ਫੋਨ ਕਰਕੇ ਮਾਫੀ ਮੰਗ ਲੈਂਦਾ ਹੈ 3 ਦਿਨਾਂ ਬਾਅਦ ਕਿ ਸੌਰੀ ਮੈਂ ਤੁਹਾਨੂੰ ਆ ਕਹਿਤਾ। ਹੋਇਆ ਹੀ ਸਾਡੇ ਨਾਲ, ਹੈ ਨਾ। ਸੋ ਕਦੇ ਵੀ ਆਪਣਾ ਫਟਾਫਟ ਮੂੰਹ ਨਾ ਖੋਲੋ, ਕਿਉਂਕਿ ਆਪਾਂ ਪ੍ਰਭੂ ਦੇ ਫਲਾਂ ਦੇ ਨਾਲ ਭਰੇ ਹੋਏ ਆ। We need to show them that we have the fruit of the Holy Spirit. ਨਾਲੇ ਵੈਸੇ ਵੀ ਪਾਸਟਰ ਜੀ ਤਾਂ ਆਪਾਂ ਨੂੰ ਐਕਸਰਸਾਈਜ਼ ਸਿਖਾ ਕੇ ਗਏ ਨੇ, ਦੁਬਾਰਾ ਕਰ ਲਓ। ਚਲੋ ਖੋਲੋ ਹੱਥ ਆਪਣਾ, ਹੈ ਨਾ। ਪਾਸਟਰ ਜੀ ਨੇ ਕੀ ਸਿਖਾਇਆ ਆਪਾਂ ਨੂੰ? ਜਦੋਂ ਆਪਾਂ ਮੂੰਹ ਬੰਦ ਕਰਨਾ ਹੈ ਨਾ। ਪਾਸਟਰ ਜੀ taught us that. ਮੂੰਹ ਬੰਦ ਰੱਖਣਾ ਆ। ਬਹੁਤ ਬਰਕਤ ਆ। ਇੰਨੀ ਬਰਕਤ ਮੂੰਹ ਖੋਲਣ 'ਚ ਨਹੀਂ ਗੀ ਜਿੰਨੀ ਬਰਕਤ ਮੂੰਹ ਬੰਦ ਰੱਖਣ 'ਚ ਆ। ਆਮੇਨ, ਹਾਲੇਲੂਇਆ। ਪ੍ਰੋਵਰਬਸ 8:21 ਦੇ ਵਿੱਚ ਲਿਖਿਆ ਹੋਇਆ ਵਾ, ਜ਼ਿੰਦਗੀ ਔਰ ਮੌਤ ਬੰਦ ਹੈ ਹਮਾਰੀ ਜ਼ੁਬਾਨ में। आमेन, हालेलुया। Power of life and death is in our tongue, है ना। ਇਹ ਵਚਨ ਦੇ ਵਿੱਚ ਲਿਖਿਆ ਹੋਇਆ ਪ੍ਰੋਵਰਬਸ ਦੀ ਬੁੱਕ ਦੇ ਵਿੱਚ। ਪ੍ਰੋਵਰਬਸ ਦੇ ਵਿੱਚ ਬਹੁਤ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਆਪਾਂ ਨੂੰ ਸਿਖਾਉਂਦੀਆਂ ਨੇ। ਇੱਕ ਛੋਟੀ ਵਰਸ ਉਹਦੇ ਵਿੱਚ ਹੈਗੀ ਆ। ਪ੍ਰੋਵਰਬਸ ਪੜ੍ਹੀਏ ਘਰਾਂ 'ਚ ਜਾ ਕੇ ਜਦੋਂ ਆਪਾਂ ਨੂੰ ਮੌਕਾ ਲੱਗੇ। ਉਹਦੇ 'ਚ ਬਹੁਤ ਜ਼ਿੰਦਗੀ ਦੀਆਂ ਰੋਜ਼ ਦੀਆਂ ਚੀਜ਼ਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ, ਬਰਕਤਾਂ ਲਿਖੀਆਂ ਹੋਈਆਂ ਨੇ ਉਹਦੇ ਵਿੱਚ। ਹਾਲੇਲੂਇਆ। ਇਹ ਸਭ ਜੋ ਕੰਨ ਨੇ, ਅੱਖਾਂ ਨੇ, ਮੂੰਹ ਨੇ, ਸਾਰਾ ਕੁਝ ਆਪਣੀ ਬੋਡੀ ਦਾ ਹਿੱਸਾ ਆ। ਤੇ ਆਪਣੀ ਬੋਡੀ ਕੀ ਆ? ਟੈਂਪਲ ਆਫ ਦ ਹੋਲੀ ਸਪਿਰਿਟ, ਹੈ ਨਾ। ਸੋ ਵੀ ਹੈਵ ਟੂ ਪੇ ਅਟੈਂਸ਼ਨ what's going on, because we don't belong to ourselves anymore. We are not for ourselves now. We are for Lord Jesus, for His glory. ਆਪਣਾ ਸ਼ਰੀਰ ਹੁਣ ਉਹਦੇ ਲਈ ਆ, ਉਹਦਾ ਮੰਦਿਰ ਆ। ਆਮੇਨ, ਹਾਲੇਲੂਇਆ, ਹਾਲੇਲੂਇਆ।
ਆਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਕੀ ਹੋਊਗਾ, ਇਹਨਾਂ ਦੇ ਨਾਲ ਜਿਹੜੀ ਆਪਣੀ ਫਾਊਂਡੇਸ਼ਨ ਆ, ਜਿਹੜੀ ਰੂਹਾਨੀ ਫਾਊਂਡੇਸ਼ਨ ਆ, ਉਹ ਸਟਰੋਂਗ ਬਣੂਗੀ, ਉਹ ਡੀਪ ਬਣੂਗੀ, ਉਹ ਡੂੰਘਾਈ ਦੇ ਵਿੱਚ ਜਾਊਗੀ। ਜਿੰਨੀ ਜ਼ਿਆਦਾ ਫਾਊਂਡੇਸ਼ਨ, ਜੇ ਕੋਈ ਵੱਡੀ ਬਿਲਡਿੰਗ ਆ, ਜਿੰਨੀ ਜ਼ਿਆਦਾ ਡੂੰਘਾਈ ਦੇ ਵਿੱਚ ਫਾਊਂਡੇਸ਼ਨ ਖੋਦੀ ਜਾਂਦੀ ਆ, ਓਨੀ ਜ਼ਿਆਦਾ ਇਮਾਰਤ ਜਿਹੜੀ ਆ ਉਹ ਤਕੜੀ ਹੋ ਕੇ ਖੜੀ ਰਹਿੰਦੀ ਹੈ। ਮੈਂ ਹਾਲੇਲੂਇਆ। ਤਾਂ ਕਰਕੇ ਇਹ ਸਾਰੀਆਂ ਰੂਹਾਨੀ ਬਰਕਤਾਂ ਨੇ ਜੋ ਆਪਾਂ ਨੂੰ ਚਾਹੀਦੀਆਂ ਨੇ। ਕੀ ਕਰਨਾ ਪਊਗਾ ਆਪਾਂ ਨੂੰ ਵਚਨ ਪੜ੍ਹਨਾ ਪਊਗਾ, ਆਪਾਂ ਨੂੰ ਵਚਨ ਰੋਜ਼ ਪੜ੍ਹਨਾ ਪਊਗਾ। ਵੀ ਹੈਵ ਟੂ ਈਟ ਦ ਵਰਡ, ਵੀ ਹੈਵ ਟੂ ਈਟ ਦ ਵਰਡ। ਉੱਦਾਂ ਨਹੀਂ ਕਿ ਜੈਨੇਸਿਸ ਤੋਂ ਸ਼ੁਰੂ ਕੀਤਾ, ਰੈਵਲੇਸ਼ਨ ਤੱਕ ਕਰ ਲਿਆ ਕਿ ਪੜ੍ਹਿਆ ਨਹੀਂ। ਜੇ ਆਪਾਂ 2 ਲਾਈਨਾਂ ਵੀ ਪੜ੍ਹੀਏ ਤੇ ਜੇ ਆਪਾਂ ਨੂੰ ਸਮਝ ਹੀ ਨਹੀਂ ਆਇਆ, ਫਿਰ ਤਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ। ਇਫ 2 lines 3 lines we read and we're not understanding anything, there's no point. Read it again, read it again, read it again. 2 lines, read it again, read 15 ਵਾਰੀ, 20 ਵਾਰੀ, 30 ਵਾਰੀ, doesn't matter ਕਿੰਨੀ ਵਾਰੀ। 2 ਲਾਈਨਾਂ ਉਦੋਂ ਤੱਕ ਪੜ੍ਹਨੀਆਂ ਨੇ ਜਦੋਂ ਤੱਕ ਤੁਹਾਨੂੰ ਪਰਮੇਸ਼ਵਰ ਦੀ ਹਜ਼ੂਰੀ ਫੀਲ ਹੋਣੀ ਨਾ ਸ਼ੁਰੂ ਹੋ ਜਾਵੇ। ਉਹ 2 ਲਾਈਨਾਂ ਦੇ ਵਿੱਚ ਹੈ ਨਾ, ਪਰਮੇਸ਼ਵਰ ਦੀ ਹਜ਼ੂਰੀ ਫੀਲ ਹੋਣੀ ਸ਼ੁਰੂ ਹੋ ਜੂਗੀ, ਪਰਮੇਸ਼ਵਰ ਦੀ ਰੈਵਲੇਸ਼ਨਸ ਉਹਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਜੂਗੀ। ਉਹ 2 ਲਾਈਨਾਂ ਚੋਂ ਪਰਮੇਸ਼ਵਰ ਦੀ ਰੈਵਲੇਸ਼ਨ ਟਰਾਈ ਕਰਕੇ ਦੇਖਿਓ, ਹੈ ਨਾ, ਨਿਕਲਣੀ ਸ਼ੁਰੂ ਹੋ ਜੂਗੀ। ਉਹ 2 ਲਾਈਨਾਂ ਦੇ ਵਿੱਚ ਤੁਹਾਡੇ ਟੀਅਰਸ ਆਉਣ ਲੱਗ ਜਾਣਗੇ, ਤੁਹਾਡੇ ਹੰਝੂ ਬਹਿਣੇ ਸ਼ੁਰੂ ਹੋਣਗੇ। ਉਹ 2 ਲਾਈਨਾਂ ਦੇ ਵਿੱਚ, ਜਿਹੜੀ 2 ਲਾਈਨਾਂ ਤੁਸੀਂ ਪੜ੍ਹ ਰਹੇ ਹੈਗੇ ਹੋ, ਉਹ 2 ਲਾਈਨਾਂ ਦੇ ਵਿੱਚ ਤੁਹਾਨੂੰ ਅੱਗ ਫੀਲ ਹੋਣੀ ਸ਼ੁਰੂ ਹੋਏਗੀ, ਪਰਮੇਸ਼ਵਰ ਦੀ ਹਜ਼ੂਰੀ ਦੀ ਅੱਗ ਤੁਹਾਨੂੰ ਫੀਲ ਹੋਣੀ ਸ਼ੁਰੂ ਹੋਏਗੀ। ਉਹ 2 ਲਾਈਨਾਂ ਦੇ ਵਿੱਚ, ਉਹ 2 ਲਾਈਨਾਂ ਦੇ ਵਿੱਚ ਤੁਹਾਨੂੰ ਟਿੰਗਲਿੰਗ ਹੋਣੀ ਸ਼ੁਰੂ ਹੋਏਗੀ, ਹੈ ਨਾ, ਟਿੰਗਲਿੰਗ ਜਿੱਦਾਂ ਸ਼ਿਵਰ ਹੁੰਦੀ ਆ ਆਪਣੇ ਸਰੀਰ 'ਚ। ਸੋ ਯੂ ਗੋਨਾ ਫੀਲ ਦੈਟ ਇਨ ਦੋਜ਼ 2 ਲਾਈਨਸ। Those 2 lines, ਉਹ 2 ਲਾਈਨਾਂ ਉਹ ਤੋਂ ਕਿਤੇ ਵੱਧ ਕੇ ਬਰਕਤ ਵਾਲੀਆਂ ਨੇ। ਜਿਹੜੇ ਬੰਦੇ ਨੇ 10 ਚੈਪਟਰ ਪੜ੍ਹ ਲਏ ਤੇ ਉਹਨੂੰ ਆਹ ਸਭ ਕੁਝ ਵੀ ਨਹੀਂ ਹੋਇਆ, ਹੈ ਨਾ। 10 ਪੜ੍ਹ ਲਏ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਦੈਟਸ ਓਕੇ, ਪੜ੍ਹੀ ਜਾਓ, ਪਰ ਉਦੋਂ ਤੱਕ ਰੁਕਿਓ ਨਾ ਜਦ ਤਾਈਂ ਤੁਹਾਨੂੰ ਆਹ ਸਭ ਕੁਝ ਫੀਲ ਹੋਣਾ ਨਾ ਸ਼ੁਰੂ ਹੋ ਜੇ, ਕਿਉਂਕਿ ਬਰਕਤ ਇਹਦੇ 'ਚ ਹੀ ਆ, ਬਰਕਤ ਇਹਦੇ 'ਚ ਹੀ ਆ। ਇਹਦਾ ਮਤਲਬ ਕੀ ਹੋਇਆ, ਜਦੋਂ ਆਹ ਸਭ ਕੁਝ ਹੋਣ ਲੱਗ ਗਿਆ, ਮਤਲਬ ਕਿ ਹੁਣ ਹੋਲੀ ਸਪਿਰਿਟ ਨੇ ਫੜ ਲਿਆ, ਪਵਿੱਤਰ ਆਤਮਾ ਨੇ ਫੜ ਲਿਆ ਹੈ। ਤੇ ਇੱਕ ਵਾਰੀ ਐਕਸਪੀਰੀਅੰਸ ਕਰੋਗੇ ਨਾ, ਜਦੋਂ ਇੱਕ ਵਾਰੀ ਗੋਲ ਗੱਪੇ ਖਾ ਲਏ, ਫਿਰ ਜੀ ਕਰਦਾ ਵੀ ਹੋਰ ਵੀ ਖਾਣੇ ਨੇ ਗੋਲ ਗੱਪੇ, ਫਿਰ ਜੀ ਕਰਦਾ ਵੀ ਚਲੋ ਵੀ ਹਜ ਗੋਲ ਗੱਪੇ ਖਾਣ। ਜਿਹਨੇ ਕਦੇ ਖਾਧੇ ਹੀ ਨਹੀਂ, ਉਹਨਾਂ ਨੂੰ ਕੁਝ ਪਤਾ ਹੀ ਨਹੀਂ, ਕਿਉਂਕਿ ਕਦੇ ਖਾਧੇ ਹੀ ਨਹੀਂ, ਹੈ ਨਾ। ਸੋ ਪਾਸਟਰ ਜੀ ਹੁੰਦੇ ਤਾਂ ਇਸ ਵੇਲੇ ਛੋਲੇ ਭਟੂਰਿਆਂ ਦੀ ਐਗਜ਼ਾਮਪਲ ਦੇ ਰਹੇ ਹੁੰਦੇ। ਮੈਨੂੰ ਗੋਲ ਗੱਪੇ ਪਸੰਦ ਨੇ, ਸੋ ਮੇਰੀ ਐਗਜ਼ਾਮਪਲ ਗੋਲ ਗੱਪਿਆਂ ਦੀ ਹੈ। ਤੇ ਹਾਲੇਲੂਇਆ। ਸੋ ਇਹ ਜ਼ਰੂਰੀ ਆ ਕਿ ਜਦੋਂ ਆਪਾਂ ਵਚਨ ਪੜ੍ਹੀਏ ਤੇ ਆਪਣੇ ਵਿੱਚ ਇਹ ਸਭ ਕੁਝ ਹੋਣਾ ਚਾਹੀਦਾ ਆ, ਜੋ ਤਾਂ ਕਰਕੇ ਪਵਿੱਤਰ ਆਤਮਾ ਜੋ ਹੈ ਉਹ ਆਪਣੇ ਵਿੱਚ ਵਧਣਾ ਸ਼ੁਰੂ ਹੋਵੇ ਤੇ ਆਪਾਂ ਨੂੰ ਦਿਖਾਵੇ ਵੀ ਕੀ ਕਰਨਾ ਆ, ਕਿੱਦਾਂ ਕਰਨਾ ਆ। ਸੋ ਵਚਨ ਪੜ੍ਹਨਾ ਜ਼ਰੂਰੀ ਆ। ਉਸ ਤੋਂ ਬਾਅਦ ਦੁਆ ਕਰਨੀ ਜ਼ਰੂਰੀ ਆ, ਆਪਣੀ ਫਾਊਂਡੇਸ਼ਨ ਨੂੰ ਤਕੜਾ ਰੱਖਣ ਦੇ ਲਈ ਦੁਆ ਕਰਨੀ ਜ਼ਰੂਰੀ ਆ। ਪਿੱਛੇ ਜੇ ਪਾਸਟਰ ਜੀ ਨੇ ਜਿਹੜੀ ਇੱਕ ਪ੍ਰੀਚਿੰਗ ਕੀਤੀ ਸੀਗੀ, ਦੁਆ ਕਰਨ ਦਾ ਕੀ ਮਤਲਬ ਆ? ਦੁਆ ਕਰਨ ਦਾ ਮਤਲਬ ਆ ਕਿ ਵੀ ਹੈਵ ਟੂ ਟਾਕ ਟੂ ਜੀਸਸ, we need to have fellowship with Jesus, ਹੈ ਨਾ। ਆਪਾਂ ਹੁਣ ਉਹ ਰੱਟੀਆਂ ਰਟਾਈਆਂ ਪ੍ਰੇਅਰ ਨਹੀਂ ਕਰਦੇ ਜਿਹੜੀਆਂ ਆਪਾਂ ਧਰਮਾਂ 'ਚ ਕਰਦੇ ਸੀਗੇ, ਹੈ ਨਾ, ਕਿ ਜੋ ਬੋਲਣਾ ਸ਼ੁਰੂ ਕੀਤਾ ਕੁਝ ਪੱਲੇ ਨਹੀਂ ਪੈ ਰਿਹਾ, ਨਾਲ ਹੀ ਰੋਟੀ ਬਣਾਈ ਜਾ ਰਿਹਾ, ਨਾਲ ਹੀ ਘਰ ਦੇ ਕੰਮ ਕਰੀ ਜਾ ਰਿਹਾ, ਝਾੜੂ ਮਾਰੀ ਜਾ ਰਿਹਾ, ਸਾਰਾ ਕੁਝ ਕਰੀ ਜਾ ਰਿਹਾ, ਪਰ ਆਪਾਂ ਰੱਟ ਰਹੇ ਹਾਂ ਪਰ ਉਹ ਆਪਣੇ ਰੂਹ ਦੇ ਅੰਦਰ ਨਹੀਂ ਵੜਦੀ, ਉਹ ਸਿਰਫ ਉੱਤੇ ਰਹਿ ਜਾਂਦੀ ਹੈ, ਦਿਮਾਗ 'ਚ ਸੋਚਾਂ 'ਚ ਰਹਿ ਜਾਂਦੀ ਆ। ਆਪਣੇ ਅੰਦਰ ਜਾਣੀ ਚਾਹੀਦੀ ਆ ਇਹ ਪ੍ਰੇਅਰ, ਆਪਣੇ ਅੰਦਰੋਂ ਆਪਾਂ ਨੂੰ ਫੀਲ ਹੋਣਾ ਚਾਹੀਦਾ ਆ। ਉਦੋਂ ਅਸਲੀ ਗੱਲ ਆ, ਉਦੋਂ ਕਨੈਕਸ਼ਨ ਜੁੜਦਾ ਆ, ਜਦੋਂ ਆਪਣੇ ਅੰਦਰੋਂ ਦੁਆ ਨਿਕਲਦੀ, ਜਦੋਂ ਆਪਣਾ ਰਿਸ਼ਤਾ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਨਾਲ ਬਣ ਜਾਂਦਾ, ਜਦੋਂ ਪਵਿੱਤਰ ਆਤਮਾ ਉਸ ਵੇਲੇ ਕੰਮ ਕਰਨਾ ਸ਼ੁਰੂ ਕਰਦਾ ਹੈ। ਹਾਲੇਲੂਇਆ। ਤੇ ਇਹ ਸਾਰਾ ਕੁਝ ਹੁੰਦਾ ਹੈ ਜਦੋਂ ਆਪਾਂ ਪਿਆਰ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ ਆਪਾਂ ਭਰਦੇ ਹਾਂ, ਜਦੋਂ। ਹਾਲੇਲੂਇਆ। ਤੇ ਫਿਰ ਇਹ ਸਾਰਾ ਕੁਝ ਜਦੋਂ ਹੁੰਦਾ ਹੈ, ਆਪਾਂ ਕਹਿੰਦੇ ਹਾਂ ਵੀ ਵਾਓ, ਵੀ ਆਰ ਗੋਨਾ ਬੀ ਗੋਇੰਗ ਟੂ ਗਲੋਰੀ ਨਾਓ, ਬਿਕਾਜ਼ ਵਨਸ ਵੀ ਗੈਟ ਇਨਟੂ ਦ ਪ੍ਰੈਜ਼ੈਂਸ ਆਫ ਦ ਲੋਰਡ, ਵੀ ਆਰ ਰੀਡਿੰਗ, ਵੀ ਆਰ ਪ੍ਰੇਇੰਗ, ਨਾਓ ਵੀ ਆਰ ਗੋਇੰਗ ਫਰੋਮ ਗਲੋਰੀ ਟੂ ਗਲੋਰੀ। ਪਰ ਜਦੋਂ ਇਹ ਸਾਰਾ ਕੁਝ ਕਰਦੇ ਆ, ਫਿਰ ਆਪਾਂ ਕਹਿੰਦੇ ਹਾਂ, ਫਿਰ ਸਾਨੂੰ ਕਹਿ ਸਕਦਾ ਕੋਈ ਵੀ ਸਿਸਟਰ ਜੀ ਤੁਸੀਂ ਤਾਂ ਕਹਿੰਦੇ ਸੀ ਹੁਣ ਆਪਾਂ ਗਲੋਰੀ ਟੂ ਗਲੋਰੀ ਜਾਵਾਂਗੇ, ਇਹ ਟਰਾਇਲਸ ਆ ਗਈਆਂ, ਇਹ ਕਿੱਥੋਂ ਆ ਗਈਆਂ? ਆਪਾਂ ਤਾਂ ਸਾਰਾ ਕੁਝ ਕਰ ਲਿਆ, ਆਪਾਂ ਤਾਂ ਗਲੋਰੀ ਟੂ ਗਲੋਰੀ ਜਾਣੇ ਚਾਹੀਦੇ ਆ। ਹੁਣ ਭੈਣੋ ਤੇ ਭਰਾਵੋ, ਆਪਾਂ ਦੱਸੀਏ ਕਿ ਧਿਆਨ ਰੱਖੀਏ, ਕੁਛ ਵੀ ਹੋ ਜਾਵੇ, ਟਰਾਇਲਸ ਆਉਣਗੀਆਂ, ਹਵਾਵਾਂ ਆਉਣਗੀਆਂ,
ਮੀਂਹ ਪਏਗਾ, ਹੋਰ ਜਿੱਦਾਂ ਕਹ ਲਓ ਸਟੋਰਮਸ ਆਉਣਗੇ, ਹੇਲਸ, ਹੈਵੀ ਸਨੋ, ਇੱਥੋਂ ਤੱਕ ਕਿ ਅਰਥਕੁਇਕ ਵੀ ਆ ਸਕਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਕਈ ਭੈਣ ਭਰਾ ਹੈਗੇ ਨੇ ਜਿਹੜਾ ਹੁੰਦਾ ਵੀ ਮਤਲਬ ਹਿੱਲ ਗਿਆ ਸਾਰਾ ਕੁਝ, ਐਦਾਂ ਦੀ ਸਿਚੁਏਸ਼ਨ ਹੋਈ ਕਿ ਹਿੱਲ ਗਿਆ ਸਾਰਾ ਕੁਝ। ਤੇ ਸਿਸਟਰ ਜੀ ਤੁਸੀਂ ਤਾਂ ਕਹਿੰਦੇ ਸੀ ਗਲੋਰੀ ਟੂ ਗਲੋਰੀ, ਇੱਥੇ ਤਾਂ ਅਰਥਕੁਇਕ ਆ ਗਿਆ ਹੈ। ਪਰ ਇਹ ਜ਼ਰੂਰੀ ਆ ਸਮਝਣਾ ਕਿ ਇਹ ਸਾਰਾ ਕੁਝ ਆ ਜਿਹੜਾ ਇਹ ਆਪਾਂ ਨੂੰ ਤੋੜਨ ਲਈ ਨਹੀਂ ਬਣਿਆ ਹੁੰਦਾ। ਇਹ ਸਾਰਾ ਕੁਝ ਪਰਮੇਸ਼ਵਰ ਲਿਆਉਂਦਾ ਵੀ ਆ। ਕਈ ਵਾਰੀ ਆਪਾਂ ਹੋਰ ਤਕੜੇ ਹੁੰਨੇ ਆ, ਆਪਾਂ ਆਪਣੀ ਜਿਹੜੀ ਫਾਊਂਡੇਸ਼ਨ ਆ ਉਹ ਹੋਰ ਤਕੜੀ ਹੁੰਦੀ ਆ। ਮੈਂ ਇੱਥੇ ਸਾਰੇ ਬੈਠੇ ਨੇ ਜਿਹੜੇ, ਮੈਂ ਸਾਰਿਆਂ ਨੂੰ ਜਾਣਦੀ ਆ, ਮੈਨੂੰ ਪਤਾ ਆ ਆਪਣੇ ਸਾਰਿਆਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ, ਕੋਈ ਨਾ ਕੋਈ ਇਸ਼ੂਜ਼ ਹੈਗੇ ਨੇ। ਵੀ ਉਹ ਇਨਕਲੂਡਿੰਗ ਮੀ, ਆਪਾਂ ਸਾਰੇ ਆ ਜਿਹੜੇ ਆਪਣੇ, ਕੋਈ ਵੀ ਇੱਦਾਂ ਨਹੀਂਗਾ, ਪਰ ਫਿਰ ਵੀ ਆਪਾਂ ਰੂਹ ਨੂੰ ਫੜਿਆ ਹੋਇਆ, ਪਰ ਫਿਰ ਵੀ ਆਪਣੀ ਫਾਊਂਡੇਸ਼ਨ ਸਟਰੋਂਗ ਆ, ਹੈ ਨਾ। ਸੋ ਕਿਉਂਕਿ ਆ ਜਿਹੜੀ ਸਾਰੀ ਹਵਾਵਾਂ, ਬਾਰਿਸ਼, ਸਾਰਾ ਕੁਛ ਆ ਜਿਹੜਾ, ਇਹ ਸਾਰਾ ਕੁਛ ਆਪਾਂ ਨੂੰ ਤੋੜਨ ਲਈ ਨਹੀਂ ਬਲਕਿ ਆਪਾਂ ਨੂੰ ਤਕੜੇ ਕਰਨ ਲਈ ਬਣਿਆ ਹੋਇਆ ਵਾ। ਉੱਦਾਂ ਹੀ ਜਿੱਦਾਂ ਪਤਰਸ ਤੁਰਿਆ ਜਾਂਦਾ ਪਾਣੀ ਤੇ, ਪਰ ਜਦੋਂ ਉਹਦੀ ਹਵਾਵਾਂ ਵੱਲ ਨਿਗਾਹ ਪਈ ਉਦੋਂ ਉਹ ਡੁੱਬਣ ਲੱਗਿਆ, ਹੈ ਨਾ। ਤੇ ਜੇ ਉਹ ਹਵਾਵਾਂ ਦੇ ਬਾਵਜੂਦ ਵੀ ਪਰਮੇਸ਼ਵਰ ਯਿਸੂ ਮਸੀਹ ਜੀ ਤੇ ਹੀ ਰੱਖਦਾ ਅੱਖਾਂ, ਤੇ ਉਦੋਂ ਉਹਨੇ ਪੂਰਾ ਉੱਥੇ ਤੱਕ ਜਾਣਾ ਸੀਗਾ, ਉਹਨੇ ਡੁੱਬਣਾ ਨਹੀਂ ਸੀਗਾ। ਤੇ ਆਪਾਂ ਵੀ ਆਪਣੀਆਂ ਅੱਖਾਂ ਪਰਮੇਸ਼ਵਰ ਯਿਸੂ ਮਸੀਹ ਜੀ ਤੇ ਰੱਖਣੀਆਂ ਨੇ, ਭਾਵੇਂ ਜਿੰਨੇ ਵੀ ਮੀਂਹ ਆਉਣ, ਜਿੰਨੇ ਵੀ ਤੂਫਾਨ ਆਉਣ, ਆਮੇਨ, ਹਾਲੇਲੂਇਆ, ਭਾਵੇਂ ਅਰਥਕੁਇਕ ਵੀ ਆਉਣ, ਹਾਲੇਲੂਇਆ। ਕਹਿੰਦੇ ਨੇ ਜਾਪਾਨ ਦੇ ਵਿੱਚ ਜਿਹੜੇ ਇੰਜੀਨੀਅਰਸ ਨੇ, ਉਹਨਾਂ ਨੇ ਜਿਹੜੀਆਂ ਫਾਊਂਡੇਸ਼ਨਸ ਨੇ ਉਹ ਇੱਦਾਂ ਦੀ ਟੈਕਨੋਲੋਜੀ ਦੇ ਨਾਲ ਬਣਾਈਆਂ ਨੇ ਕਿ ਉਹਨਾਂ ਦੀਆਂ ਐਡੀਆਂ ਵੱਡੀਆਂ ਜਿਹੜੀਆਂ ਇਮਾਰਤਾਂ ਨੇ, ਉਹ ਕਿੰਨੇ ਫ੍ਰੀਕੁਐਂਟ ਅਰਥਕੁਇਕਸ ਉੱਥੇ ਆਉਂਦੇ ਨੇ ਤੇ ਸਟਰੋਂਗ ਅਰਥਕੁਇਕਸ ਆਉਂਦੇ ਨੇ, ਉਹਨਾਂ ਦੇ ਬਾਵਜੂਦ ਵੀ ਉਹ ਖੜੀਆਂ ਰਹਿੰਦੀਆਂ ਨੇ, ਹੈ। That's what I heard ਕਿ they have done something with the foundation, so these buildings during those strong earthquakes they're still standing. So ਉਹ ਟੈਕਨੋਲੋਜੀ ਆਪਾਂ ਲੈਣੀ ਆ, ਹੈ। ਆਪਣੀ ਉਹ ਟੈਕਨੋਲੋਜੀ ਆਪਣੇ ਵਚਨ ਦੇ ਵਿੱਚੋਂ ਆਪਾਂ ਨੂੰ ਮਿਲੇਗੀ, ਹਾਂਜੀ। ਉਹ ਵਚਨ ਤੋਂ ਆਪਾਂ ਨੂੰ ਮਿਲੇਗੀ ਵੀ ਆਪਾਂ ਜਿੰਨੇ ਵੀ ਆਪਣੇ ਤੂਫਾਨ ਆਉਣ, ਇੰਨੀਆਂ ਭੁਚਾਲ ਆਉਣ, ਤੇ ਆਪਾਂ ਕਿੱਦਾਂ ਆਪਣੀ ਫਾਊਂਡੇਸ਼ਨ ਨੂੰ ਸਟਰੋਂਗ ਰੱਖ ਸਕਦੇ ਹਾਂ ਤੇ ਆਪਾਂ ਉਹਦੇ ਵਿੱਚ ਵੱਧ ਸਕਦੇ ਹਾਂ। ਓਬੀਡੀਐਂਸ ਆ ਜਿਹੜਾ ਨਾ, ਪਰਮੇਸ਼ਵਰ ਤੇ ਵਚਨ ਤੇ ਚੱਲਣਾ, ਇਹ ਸਭ ਤੋਂ ਵੱਡੀ ਬਰਕਤ ਆ। ਇਹਦੇ ਨਾਲ ਆਪਾਂ ਤਕੜੇ ਹੋ ਸਕਦੇ ਹਾਂ, ਆਮੇਨ, ਹਾਲੇਲੂਇਆ। ਸਾਡਾ ਪਰਮੇਸ਼ਵਰ ਤਕੜਾ ਪਰਮੇਸ਼ਵਰ ਆ, ਤਾਕਤਵਰ, ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਹਾਲੇਲੂਇਆ। ਜਿਉਂਦਾ ਜਾਗਦਾ ਪਰਮੇਸ਼ਵਰ ਜਿਹੜਾ ਸਾਡਾ ਹੈਗਾ ਆ, ਉਹ ਆਪਾਂ ਨੂੰ ਇਹ ਤਾਕਤ ਦਿੰਦਾ ਆ। ਮੈਂ ਜਦੋਂ ਆਪਾਂ ਉਹਦੀਆਂ ਸਿੱਖਿਆਵਾਂ ਤੇ ਚੱਲਦੇ ਆ, ਉਦੋਂ ਆਪਾਂ ਤਕੜੇ ਰਹਿੰਦੇ ਆ, ਕਿਉਂਕਿ ਆਪਾਂ ਆਪਣਾ ਘਰ ਚਟਾਨ ਤੇ ਬਣਾਇਆ ਆ, ਆਮੇਨ, ਹਾਲੇਲੂਇਆ। ਆਪਣਾ ਘਰ ਆਪਾਂ ਪਰਮੇਸ਼ਵਰ ਤੇ ਬਣਾਇਆ ਆ, ਹਾਲੇਲੂਇਆ। ਸ਼ਾਇਦ ਲੋਕ ਆਪਾਂ ਨੂੰ ਡਿਸਕਰੇਜ ਵੀ ਕਰਨ। ਬਹੁਤ ਵਾਰੀ ਇਦਾਂ ਦੀਆਂ ਵੀ ਗੱਲਾਂ ਹੋ ਜਾਂਦੀਆਂ ਨੇ ਵੀ ਆਪਾਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਤਕੜੇ ਰਹੀਏ, ਪਰ ਜਿਹੜੇ ਦੂਸਰੇ ਲੋਕ ਨੇ ਉਹ ਆ ਕੇ ਕੁਛ ਨਾ ਕੁਛ ਕਹਿ ਦਿੰਦੇ ਨੇ, ਉਹ ਆਪਾਂ ਨੂੰ ਇੰਨਾ ਡਿਸਕਰੇਜ ਕਰਦੇ ਨੇ ਵੀ ਨੈਗੇਟਿਵ ਬੋਲਣ ਲੱਗ ਜਾਂਦੇ ਨੇ ਵੀ ਆ ਤੂੰ ਕੀ ਕਰੀ ਜਾਣਾ, ਜਾਂ ਕੀ ਕਰੀ ਜਾਨੀ ਆ, ਵੀ ਤੂੰ ਕਿਉਂ ਇਧਰਲੇ ਪਾਸੇ ਲੱਗ ਗਈ ਆ, ਕਿੱਧਰ ਤੂੰ ਲੱਗ ਗਈ ਆ, ਪਰਮੇਸ਼ਵਰ 'ਚ ਲੱਗ ਗਈ ਆ। ਇਹ ਸਾਰੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਆਪਣੇ ਪਰਿਵਾਰ ਵਾਲਿਆਂ ਤੋਂ, ਰਿਸ਼ਤੇਦਾਰ ਵਾਲਿਆਂ ਤੋਂ। ਪਰ ਜ਼ਰੂਰੀ ਆ ਕਿ ਆਪਾਂ ਜਾਣੀਏ ਕਿ ਆਪਾਂ ਪਰਮੇਸ਼ਵਰ ਦੀ ਲਾਈਟ ਆ, ਪਰਮੇਸ਼ਵਰ ਦਾ ਚਾਨਣ ਆ, ਹੈ ਨਾ। ਜਦੋਂ ਉਹ ਕੁਛ ਵੀ ਕਹਿਣ, ਆਪਣਾ ਚਾਨਣ ਜਿਹੜਾ ਪਰਮੇਸ਼ਵਰ ਦਾ ਆਪਣੇ ਅੰਦਰ ਆ, ਇਹ ਚਮਕਦਾ ਰਹਿਣਾ ਚਾਹੀਦਾ ਆ। No matter what, this has to shine from us. The love of Christ should be shown. ਦੂਜਿਆਂ ਨੂੰ ਨਜ਼ਰ ਆਉਣਾ ਚਾਹੀਦਾ ਆ ਕਿ ਇਹ ਪਰਮੇਸ਼ਵਰ ਦੇ ਕਿੰਨੇ ਪਿਆਰ ਦੇ ਨਾਲ ਇਹ ਲੋਕ ਭਰੇ ਹੋਏ ਨੇ। ਆਪਣੀ ਟੈਸਟਮਨੀ ਦੇ ਵਿੱਚ ਇਹ ਨਜ਼ਰ ਆਉਣਾ ਚਾਹੀਦਾ ਆ। ਭਾਵੇਂ ਕੁਛ ਵੀ ਹੋ ਜਾਵੇ, ਆਪਾਂ ਉਹ ਗੁੱਸਾ ਨਹੀਂ ਦਿਖਾਉਣਾ ਉਸ ਵੇਲੇ ਜਦੋਂ ਆਪਾਂ ਨੂੰ ਚੁੱਪ ਕਰਨ ਦੀ ਜ਼ਰੂਰਤ ਆ। ਆਪਾਂ ਉਹਨਾਂ ਨੂੰ ਕਹੀਏ ਦੈਟਸ ਓਕੇ, ਮੈਂ ਤੁਹਾਡੇ ਲਈ ਪ੍ਰੇਅਰ ਕਰੂੰ, ਦੈਟਸ ਓਕੇ, ਮੈਂ ਪ੍ਰੇਅਰ ਕਰੂੰ। ਤੇ ਇਹ ਪ੍ਰੇਅਰਾਂ ਨੇ ਜਿਹੜੀਆਂ ਇਹ ਕੰਮ ਕਰਦੀਆਂ ਨੇ, ਆਮੇਨ, ਹਾਲੇਲੂਇਆ। ਜਿੱਦਾਂ ਆਪਾਂ ਕਹਿੰਦੇ ਲੋਕ ਤਿਆਰ ਹੀ ਹੁੰਦੇ ਨੇ, ਮਤਲਬ ਵੀ ਕੁਛ ਨੈਗੇਟਿਵ ਕਹਿਣ ਨੂੰ ਜਾਂ ਕੁਛ। ਇੱਕ ਵਾਰੀ ਕਹਿੰਦੇ ਨੇ ਇੱਕ ਪਿੰਡ ਸੀਗਾ, ਵਿਲੇਜ, ਉਹ ਵਿਲੇਜ ਦੇ ਵਿੱਚ 100 ਘਰ ਸੀਗੇ, 100 ਹਾਊਸਿਸ ਇਨ ਦੇਅਰ। ਤੇ ਉਸ ਘਰ ਦੇ ਵਿੱਚ ਹਜੇ ਇਲੈਕਟ੍ਰਿਸਿਟੀ ਨਹੀਂ ਸੀ ਆਈ, ਹਜੇ ਬਿਜਲੀ ਨਹੀਂ ਸੀ ਆਈ ਉਸ ਘਰ ਦੇ ਵਿੱਚ। ਤੇ ਉਹ 100 ਘਰਾਂ 'ਚੋਂ ਉਹ ਹਨੇਰੇ 'ਚ ਹੀ ਤੁਰਦੇ ਫਿਰਦੇ ਸੀ, ਹਨੇਰੇ 'ਚ ਹੀ ਖਾਂਦੇ ਪੀਂਦੇ ਸੀ। ਦਿਨ ਸੀਗਾ ਤਾਂ ਠੀਕ ਆ, ਦਿਨ ਆ ਰਾਤ, ਫਿਰ ਵੀ ਉਹਨਾਂ ਨੂੰ ਯੂਜ਼ ਟੂ ਹੋ ਗਿਆ ਸੀਗਾ, ਉਹਨਾਂ ਨੂੰ ਹਨੇਰੇ 'ਚ ਆਦਤ ਪੈ ਗਈ ਸੀ, ਉਹਨਾਂ ਨੂੰ ਪਤਾ ਸੀ ਕਿੱਧਰ ਜਾਣਾ, ਕੀ ਕਰਨਾ, ਕੀ ਨਹੀਂ। ਤੇ ਉਹ 100 ਘਰਾਂ 'ਚੋਂ ਇੱਕ ਜਿਹੜਾ ਬੰਦਾ ਸੀਗਾ, ਇੱਕ ਘਰ ਦਾ, ਉਹ ਸ਼ਹਿਰ ਜਾ ਕੇ ਇੱਕ ਦੀਵਾ ਲੈ ਆਇਆ, ਕੈਂਡਲ ਲੈ ਆਇਆ, ਹੈ ਨਾ, ਦੀਵਾ ਲੈ ਆਇਆ ਜਾ ਕੇ ਸ਼ਹਿਰੋਂ। ਤੇ ਉਹਨੇ ਆ ਕੇ ਜੀ ਆਪਦੇ ਘਰ ਦੇ ਵਿੱਚ ਕੈਂਡਲ ਬਾਲੀ,
है ना ਦੀਵਾ ਬਾਲਿਆ ਤੇ ਜਿਹੜੇ ਬਾਕੀ ਦੇ 99 ਘਰ ਵਾਲੇ ਸੀਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ, ਦੈਟਸ ਓਕੇ। ਵੈਲ ਦਿਨ ਦਾ ਵੇਲਾ ਸੀਗਾ, ਉਹ ਮੈਂ ਖਾਈ ਪੀ ਜਾਂਦੇ ਨੇ, ਤੁਰਦੇ ਫਿਰਦੇ ਨੇ, ਸਾਰਾ ਕੁਝ ਨੋ ਪ੍ਰੋਬਲਮ, ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ। ਪਰ ਜਦੋਂ ਰਾਤ ਦਾ ਵੇਲਾ ਆਇਆ ਉਦੋਂ ਉਸ ਘਰ ਦੇ ਵਿੱਚ ਲਾਈਟ ਜਲਾਈ, ਬਾਕੀ ਸਾਰਿਆਂ ਦੇ ਘਰ ਫੇਰ ਉਹੀ ਹਨੇਰੇ ਦੇ ਹਨੇਰੇ, ਹੈ ਨਾ। ਤੇ ਲੋਕਾਂ ਨੂੰ ਬੜਾ ਲੱਗਿਆ ਵੀ ਇਹ ਕੀ ਗੱਲ ਹੋ ਗਈ, ਹੈ ਨਾ। ਤੇ ਉਸ ਵੇਲੇ ਜਦੋਂ ਇਦਾਂ ਹੋਇਆ ਵੀ ਉਹ ਘਰ 'ਚ ਲਾਈਟ ਚੱਲਦੀ ਹੈ ਤੇ ਦੂਜਿਆਂ 'ਚ ਹਨੇਰਾ, ਤੇ ਉਹ ਲੋਕਾਂ ਦੇ ਕੋਲੇ ਸਿਰਫ ਇਹ ਚੋਇਸ ਸੀਗੀ, 2 ਚੋਇਸਾਂ ਸੀਗੀਆਂ ਉਹਨਾਂ ਦੇ ਕੋਲੇ ਵੀ ਜਾਂ ਤਾਂ ਉਹ ਜਾਣ ਸ਼ਹਿਰ 99 ਤੇ ਜਾ ਕੇ ਆਪਣਾ ਆਪਣਾ ਦੀਵਾ, ਆਪਣੀ ਆਪਣੀ ਕੈਂਡਲ ਲੈ ਕੇ ਆਉਣ ਤੇ ਘਰਾਂ 'ਚ ਚਲਾਉਣ ਆਪਦੇ ਆ ਕੇ, ਜਾਂ ਦੂਸਰੀ ਕੀ ਸੀਗੀ ਉਹਦੀ ਵੀ ਬੁਝਾ ਦੇਣ, ਹੈ ਨਾ। ਦੂਸਰੀ ਚੋਇਸ ਉਹਨਾਂ ਦੀ ਆ ਸੀਗੀ ਵੀ ਲੈਟਸ ਪੁੱਟ ਹਿਸ ਆਫ ਟੂ, ਹੈ। ਉਹ ਤਾਂ ਚਾਨਣ 'ਚ ਬੈਠਾ ਵੀ, ਅਸੀਂ ਕਿਉਂ ਹਨੇਰੇ 'ਚ ਬੈਠੇ ਆ, ਹੈ। ਪੀਪਲ ਵਿਲ ਡੂ ਦੈਟ ਟੂ ਯੂ, ਪੀਪਲ ਆਰ ਵੈਰੀ ਲੇਜ਼ੀ, ਪੀਪਲ ਵਿਲ ਨਾਟ ਗੋ ਬਾਏ ਦ ਕੈਂਡਲ, ਪੀਪਲ ਵਿਲ ਕਮ ਟੂ ਯੂਰ ਹਾਊਸ ਐਂਡ ਪੁੱਟ ਆਫ ਯੂਰ ਲਾਈਟ, ਹੈ। ਉਹਨਾਂ ਨੂੰ ਇਹ ਸੌਖਾ ਲੱਗਦਾ ਆ ਕਿ ਭਜਾਓ ਜੀ ਇਹਦੀ ਵੀ ਕੀ ਹੈ, ਵੀ ਪਰਮੇਸ਼ਵਰ ਯਿਸੂ ਮਸੀਹ ਦੇ ਕੀ ਇੰਨੀਆਂ ਬਰਕਤਾਂ ਆ ਰਹੀਆਂ ਨੇ, ਇਹ ਤਾਂ ਬੜਾ ਫੁੱਲਿਆ ਫਿਰਦਾ ਆ, ਬੜਾ ਹੱਸਦਾ ਰਹਿੰਦਾ ਆ, ਜਿਵੇਂ ਕੁਝ ਦੁੱਖ ਹੁੰਦਾ ਹੀ ਨਹੀਂਗਾ, ਸਮਾਈਲ ਚਿਹਰੇ ਤੇ 24 ਘੰਟੇ ਹੈ, ਯਿਸੂ ਯਿਸੂ ਕਰਦਾ ਰਹਿੰਦਾ ਆ। ਇਹਨੂੰ ਹਟਾਓ, ਇਹਨੂੰ ਡਿਸਕਰੇਜ ਕਰੋ, ਇਹਨੂੰ ਕਹੋ ਨਹੀਂ ਨਹੀਂ ਫਾਇਦਾ ਨਹੀਂ, ਨਹੀਂ ਜਾਣਾ, ਨਹੀਂ ਜਾਣਾ, ਹੈ। ਆ ਚਾਨਣਾ ਪਰਮੇਸ਼ਵਰ ਦਾ, ਆਮੇਨ। ਤੇ ਆਪਣੀ ਇਹ ਲਾਈਟ ਚਮਕਣੀ ਚਾਹੀਦੀ ਆ, ਆਪਣੀ ਇਹ ਲਾਈਟ ਪਰਮੇਸ਼ਵਰ ਦੇ ਵਿੱਚ ਹੋਣੀ ਚਾਹੀਦੀ ਆ, ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ, ਹਾਲੇਲੂਇਆ। ਛੇਤੀ ਹੋਈ ਬਸ ਖਤਮ ਕਰਦੇ ਆ ਇੱਥੇ। ਤੇ ਇੱਕ ਵਾਰੀ ਫੇਰ ਆਪਾਂ ਯਾਦ ਰੱਖੀਏ ਕਿ ਆਪਾਂ ਅੱਜ ਕੀ ਗੱਲ ਕਰ ਰਹੇ ਆ। ਆ ਸਾਰਾ ਕੁਝ ਜਿੰਨਾ ਕੁਝ ਆਪਾਂ ਕਹਿ ਕੂ ਕੇ ਹਟੇ ਆ, ਆਪਣੀ ਫਾਊਂਡੇਸ਼ਨ ਸਟਰੋਂਗ ਹੋਣੀ ਚਾਹੀਦੀ ਆ। ਜੇ ਆਪਣੀ ਫਾਊਂਡੇਸ਼ਨ ਸਟਰੋਂਗ ਆ ਤਾਂ ਜਿਹੜੀਆਂ ਆਉਣ ਵਾਲੀਆਂ ਚੀਜ਼ਾਂ ਵੀ ਨੇ ਉਹਦੇ 'ਚ ਵੀ ਆਪਾਂ ਤਕੜੇ ਖੜੇ ਰਹਾਂਗੇ। ਹੋ ਸਕਦਾ ਹੈ ਪ੍ਰੋਬਲਮ ਕੋਈ ਆਉਣ ਵਾਲੀ ਹੋਵੇ ਫੈਮਿਲੀ 'ਚ, ਰਿਸ਼ਤੇਦਾਰਾਂ ਵੱਲੋਂ ਜਾਂ ਘਰ ਦੇ ਵਿੱਚ ਹੀ, ਪਰ ਪਲੀਜ਼ ਵਚਨ ਪੜ੍ਹੀਏ, ਦੁਆ ਕਰੀਏ, ਪਵਿੱਤਰ ਆਤਮਾ ਦੇ ਨਾਲ ਲੱਗੇ ਰਹੀਏ ਤਾਂ ਕਰਕੇ ਆਪਣੀ ਜਿਹੜੀ ਫਾਊਂਡੇਸ਼ਨ ਆ ਉਹ ਸਟਰੋਂਗ ਬਣੀ ਰਹੇ। ਅਖੀਰਾ ਇੱਕ ਵਰਸ ਪੜ੍ਹਦੇ ਹੈਗੇ ਐਫੀਸ਼ੀਅਨਸ ਦਾ 3 ਦਾ 17 ਤੋਂ 19 ਤੱਕ ਪੜ੍ਹਾਂਗੇ ਪੰਜਾਬੀ ਦੇ ਵਿੱਚ। Ephesians 3:17 to 19। ਫਿਰ ਇਹ ਵੀ ਕਿ ਮਸੀਹ ਤੁਹਾਡੇ ਅੰਦਰ ਵਿਸ਼ਵਾਸ ਦੇ ਦੁਆਰਾ ਵਾਸ ਕਰੇ। ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਹੋਣ, ਤਾਂ ਜੋ ਤੁਹਾਡੇ ਵਿੱਚ ਇੰਨਾ ਬਲ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਦੂਜੇ ਲੋਕਾਂ ਨਾਲ ਮਿਲ ਕੇ ਉਸ ਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਨੂੰ ਜਾਣ ਸਕੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਉਸ ਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ ਅਤੇ ਪਰਮੇਸ਼ਰ ਦੀ ਪੂਰਨਤਾ ਨਾਲ ਪੂਰੀ ਤਰ੍ਹਾਂ ਨਾਲ ਭਰ ਜਾਓ। ਆਮੇਨ, ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਇਹ ਵਚਨ ਨੂੰ ਤੁਸੀਂ ਘਰੇ ਜਾ ਕੇ ਦੁਬਾਰਾ ਪੜ੍ਹਿਓ, ਹੈ ਨਾ, ਲਿਖ ਲਓ। ਐਫੀਸ਼ੀਅਨਸ 3 ਦਾ 17 ਤੋਂ 19 ਤੱਕ, ਹਾਲੇਲੂਇਆ। ਪਹਿਲਾ ਜਿਹੜੇ ਐਫੀਸ਼ੀਅਨਸ 3 ਦਾ 17 ਆ ਜਿਹੜਾ, ਉਹ ਇੰਗਲਿਸ਼ ਦੇ ਵਿੱਚ ਕੀ ਕਹਿੰਦਾ ਆ, ਇਕੱਲਾ 17 ਕਹਿੰਦਾ ਹੈ, and I pray that Christ will be more and more at home in your hearts as you trust in him. May your roots go down deep into the soil of God's marvelous love. Amen. This is the foundation. The roots are our foundation. ਜਿਹੜੀ roots ਨੇ, ਜੜ੍ਹਾਂ ਨੇ ਜਿਹੜੀਆਂ, ਉਹ ਪੇੜ ਦੀਆਂ ਫਾਊਂਡੇਸ਼ਨ ਹੁੰਦੀ ਆ। ਪੇੜ ਕਿੰਨਾ ਕੁ ਤਕੜਾ ਖੜਦਾ ਆ, ਕਿੰਨੇ ਝੱਖੜਾਂ ਨੂੰ ਸਹਿ ਸਕਦਾ ਆ, ਉਹਦੀ ਜੜ੍ਹਾਂ ਤੇ ਡਿਪੈਂਡ ਕਰਦਾ ਆ। ਕਿੰਨੀਆਂ ਤਕੜੀਆਂ ਨੇ ਤੁਹਾਡੀਆਂ ਜੜ੍ਹਾਂ, ਉਹਦੇ ਤੇ ਡਿਪੈਂਡ ਕਰਦਾ ਹੈ। ਤਾਂ ਆਪਾਂ ਉਵੇਂ ਹੀ ਤਕੜੀਆਂ ਜੜ੍ਹਾਂ ਲੈ ਕੇ ਪਰਮੇਸ਼ਵਰ ਦੇ ਵਿੱਚ ਆਪਾਂ ਖੜੇ ਰਹਿਣਾ ਹੈ। ਆਮੇਨ, ਹਾਲੇਲੂਇਆ। ਕੀ ਕਰਨਾ ਹੈ? ਲੈਟਸ ਸਰੈਂਡਰ ਇਟ ਆਲ ਟੂ ਹਿਮ। ਆਮੇਨ। ਸਾਰਾ ਕੁਝ ਪਰਮੇਸ਼ਵਰ ਨੂੰ ਦੇ ਦਈਏ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੇ ਸਾਰੇ ਭਾਰ ਪਰਮੇਸ਼ਵਰ ਨੂੰ ਦੇ ਦਈਏ ਕਿ ਇਹ ਪਰਮੇਸ਼ਵਰ, ਤੇਰੇ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ, ਮਦਦ ਕਰ ਦੇ। ਹੱਥ ਚੱਕਦੇ ਆ, ਜਿੱਥੇ ਬੈਠੇ ਆ ਆਪਣੇ ਹੱਥ ਚੱਕਦੇ ਆ। ਅੱਖਾਂ ਬੰਦ ਕਰ ਲਓ ਜੇ ਤੁਸੀਂ ਚਾਹੁੰਦੇ ਹੋ। ਪਰਮੇਸ਼ਵਰ ਨੂੰ ਕਹੀਏ ਅੱਜ, ਪਰਮੇਸ਼ਵਰ ਤੂੰ ਮੈਨੂੰ ਜਾਣਦਾ ਆ, ਤੂੰ ਮੇਰੀ ਸਿਚੁਏਸ਼ਨ ਨੂੰ ਜਾਣਦਾ ਆ, ਤੂੰ ਜਾਣਦਾ ਆ ਜੇ ਕੋਈ ਉੱਪਰ ਥੱਲੇ ਹੋ ਰਹੀ ਆ, ਕਿੱਥੋਂ ਮੈਂ ਫਸਿਆ ਹੋਇਆ, ਮੈਂ ਫਸੀ ਹੋਈ ਹਾਂ। Surrender it all to him today. Hallelujah. And say to him, Lord, I want to be the light of this world. मैं चानण बन के रहना चाहना है, इस दुनिया का चानण बनना चाहना है। जिथे भी जावां चानण हो जाए। हालेलुया।
ਜਿੱਥੇ ਵੀ ਜਾਵਾਂ, ਜਿੱਥੇ ਵੀ ਪੈਰ ਪਾਵਾਂ, ਉੱਥੇ ਚਾਨਣ ਹੀ ਚਾਨਣ ਹੋ ਜਾਵੇ। ਹਾਲੇਲੂਇਆ। ਤੇਰਾ ਪਵਿੱਤਰ ਰੂਹ ਛਾ ਜਾਵੇ ਜਿੱਥੇ ਵੀ ਮੈਂ ਜਾਵਾਂ ਪਰਮੇਸ਼ਵਰ। ਹਾਲੇਲੂਇਆ। ਮੇਰੀ ਰਿਸ਼ਤੇਦਾਰਾਂ ਦੀਆਂ ਅੱਖਾਂ ਖੁੱਲ ਜਾਣ, ਰਿਸ਼ਤੇਦਾਰਾਂ ਦੀਆਂ ਅੱਖਾਂ ਖੁੱਲ ਜਾਣ ਪਰਮੇਸ਼ਵਰ, ਜਦੋਂ ਮੈਂ ਜਾਵਾਂ, ਜਦੋਂ ਮੈਂ ਜਾ ਕੇ ਬੀ ਬੋਆਂ, ਜਦੋਂ ਮੈਂ ਤੇਰਾ ਵਚਨ ਉਹਨਾਂ ਨੂੰ ਸੁਣਾਵਾਂ, ਦੱਸਾਂ ਤੇਰੇ ਬਾਰੇ, ਉਹਨਾਂ ਦੀਆਂ ਅੱਖਾਂ ਖੁੱਲ ਜਾਣ ਪਰਮੇਸ਼ਵਰ। ਜਦੋਂ ਮੈਂ ਤੇਰੇ ਨਾਂ ਦੇ ਵਿੱਚ ਪਰਮੇਸ਼ਵਰ ਕਿੱਥੇ ਵੀ ਜਾਵਾਂ ਪਿਤਾ ਪਰਮੇਸ਼ਵਰ, ਤੇਰਾ ਬੱਦਲ ਮੇਰੇ ਨਾਲ ਨਾਲ ਜਾਵੇ, ਤੇਰੀ ਅੱਗ ਮੇਰੇ ਨਾਲ ਨਾਲ ਜਾਵੇ ਪਰਮੇਸ਼ਵਰ। ਹਾਲੇਲੂਇਆ। ਤੇਰਾ ਮਸਾ ਮੇਰੇ ਨਾਲ ਨਾਲ ਜਾਵੇ ਪਿਤਾ ਪਰਮੇਸ਼ਵਰ।